थोड़ी देर ਦੇ ਵਿੱਚ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਵੈਕਸੀਨੇਸ਼ਨ ਤੇ ਕਰ ਸਕਦੇ ਨੇ ਚਰਚਾ। ਭਾਰਤ ਨੇ ਕੱਲ 100 ਕਰੋੜ ਵੈਕਸੀਨੇਸ਼ਨ ਦਾ ਆંકੜਾ ਕੀਤਾ ਹੈ ਪਾਰ। संयुक्त किसान मोर्चे ने योगेंद्र यादव ਨੂੰ 1 महीने ਦੇ ਲਈ ਕੀਤਾ ਸਸਪੈਂਡ। ਲਖੀਮਪੁਰ ਘਟਨਾ 'ਚ ਸ਼ਾਮਿਲ ਬੀਜੇਪੀ ਵਰਕਰ ਦੇ ਘਰ ਜਾਣ ਦਾ ਇਲਜ਼ਾਮ। ਲਖਬੀਰ ਕਤਲ ਮਾਮਲੇ ਦੇ ਵਿੱਚ ਚਾਰੇ ਨਿਹੰਗਾਂ ਨੂੰ ਅੱਜ ਫਿਰ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਸ਼। ਪੁਲਿਸ ਰਿਮਾਂਡ ਤੇ ਸਨ ਮੁਲਜ਼ਮ। ਸੰਯੁਕਤ ਕਿਸਾਨ ਮੋਰਚੇ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਦੀ ਕੀਤੀ ਮੰਗ। ਲਖੀਮਪੁਰ ਕਾਂਡ ਦੇ ਪੀੜਤਾਂ ਨੂੰ ਅੱਜ ਮਿਲੇਗੀ ਪੰਜਾਬ ਸਰਕਾਰ ਦੀ ਮਦਦ। 50-50 ਲੱਖ ਦੇ ਚੈੱਕ ਲੈ ਕੇ ਲਖੀਮਪੁਰ ਰਵਾਨਾ ਹੋਏ ਖੇਤੀਬਾੜੀ ਮੰਤਰੀ ਕਾਕਾ ਰਣਦੀਪ। ਚੰਨੀ ਸਰਕਾਰ ਨੇ ਕੀਤਾ ਸੀ ਐਲਾਨ। ਸੀਐਮ ਦੀ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਦੋ ਟੂਕ ਜਾਂ ਤਾਂ ਜ਼ਿੰਮੇਵਾਰੀ ਦੇ ਨਾਲ ਨਿਭਾਓ ਡਿਊਟੀ ਜਾਂ ਫਿਰ ਤਬਾਦਲੇ ਦੇ ਲਈ ਰਹੋ ਤਿਆਰ। सीबीएसई ਦੇ ਵੱਲੋਂ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਾ ਚੋਂ ਹਟਾਉਣ ਦਾ ਮੁੱਦਾ ਗਰਮਾਇਆ। ਮੁੱਖ ਮੰਤਰੀ ਚੰਨੀ ਨੇ ਫੈਸਲੇ ਦੀ ਕੀਤੀ ਨਿੰਦਿਆ। ਕਿਹਾ ਸੀਬੀਐਸਈ ਦਾ ਫੈਸਲਾ ਪੰਜਾਬੀਆਂ ਨੂੰ ਮਾਂ ਬੋਲੀ ਸਿੱਖਣ ਦੇ ਅਧਿਕਾਰ ਦੀ ਉਲੰਘਣਾ। ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕੈਪਟਨ ਅਤੇ ਸਿੱਧੂ ਹੋਏ ਆਮੋ ਸਾਹਮਣੇ। ਸਿੱਧੂ ਨੇ ਕੈਪਟਨ ਨੂੰ ਦੱਸਿਆ ਖੇਤੀ ਕਾਨੂੰਨਾਂ ਦਾ ਘਾੜਾ ਤਾਂ ਕੈਪਟਨ ਨੇ ਕੀਤਾ ਪਲਟਵਾਰ। ਬੋਲੇ ਸਿੱਧੂ ਝੂਠੇ ਅਤੇ ਧੋਖੇਬਾਜ਼। ਬਠਿੰਡਾ ਕਤਲ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਕੱਲ 2 ਨੌਜਵਾਨਾਂ ਤੇ ਹੋਈ ਸੀ ਤਾਬੜਤੋੜ ਫਾਇਰਿੰਗ। ਇੱਕ ਨੇ ਮੌਕੇ ਤੇ ਤੋੜਿਆ ਸੀ ਦਮ। ਪੁਲਿਸ ਨੇ ਮਾਮਲੇ ਤੇ ਗੈਂਗਸਟਰ ਕਨੈਕਸ਼ਨ ਤੋਂ ਕੀਤਾ ਇਨਕਾਰ। ਤੇ ਤਿਉਹਾਰੀ ਸੀਜ਼ਨ ਦੇ ਵਿੱਚ ਜਨਤਾ ਤੇ ਪੈ ਰਹੀ ਹੈ ਮਹਿੰਗਾਈ ਦੀ ਮਾਰ। ਲਗਾਤਾਰ ਤੀਜੇ ਦਿਨ 35 ਪੈਸੇ ਮਹਿੰਗਾ ਹੋਇਆ ਪੈਟਰੋਲ ਡੀਜ਼ਲ। ਅਕਤੂਬਰ ਦੇ ਵਿੱਚ ਹੀ ਕਰੀਬ 5 ਰੁਪਏ ਵਧੇ ਭਾਅ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਖੁਸ਼ਰੋ ਸੰਧੂ। ਖਬਰਾਂ ਦੀ ਸ਼ੁਰੂਆਤ ਬਹਾਦਰਗੜ੍ਹ ਤੋਂ ਕਰਦੇ ਹਾਂ, ਜਿੱਥੇ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਬਹਾਦਰਗੜ੍ਹ ਦੇ ਵਿੱਚ ਵਾਪਰਿਆ ਦਰਦਨਾਕ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਦੀ ਖਬਰ ਹੈ। ਇੱਕ ਬੱਚੀ ਗੰਭੀਰ ਤੌਰ ਤੇ ਜ਼ਖਮੀ ਹੋਈ ਹੈ। ਮ੍ਰਿਤਕਾਂ ਦੇ ਵਿੱਚ 3 ਔਰਤਾਂ ਤੇ ਇੱਕ ਬੱਚੀ ਵੀ ਸ਼ਾਮਿਲ ਹੈ। ਤੇਜ਼ ਰਫ਼ਤਾਰ ਟਰੱਕ ਜਿਸ ਨੇ ਕਾਰ ਨੂੰ ਪਿੱਛੋਂ ਆ ਕੇ ਟੱਕਰ ਮਾਰੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ। ਇਸ ਵੇਲੇ ਦੀ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ, ਜਿੱਥੇ ਕਿ ਦਰਦਨਾਕ ਹਾਦਸਾ ਵਾਪਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ 8 ਲੋਕਾਂ ਦੀ ਮੌਤ ਹੋਈ ਹੈ ਔਰ ਇੱਕ ਬੱਚੀ ਇਸ ਦੇ ਵਿੱਚ ਗੰਭੀਰ ਜ਼ਖਮੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ, ਜਿਸ ਦੇ ਵੱਲੋਂ ਟੱਕਰ ਮਾਰੀ ਗਈ। KMP ਐਕਸਪ੍ਰੈਸ ਵੇ ਤੇ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਤਸਵੀਰ ਤੁਹਾਨੂੰ ਵਿਖਾ ਪਾ ਰਹੇ ਬੱਚੀ ਜਿਹੜੀ ਜ਼ਖਮੀ ਹੋਈ ਹੈ। ਹਾਲਾਂਕਿ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਪੱਤਰਕਾਰ ਨੇ ਫੋਨ लाइन पे प्रदीप धनखड़ जी। प्रदीप की कुछ जानकारी है? जी, दरअसल KMP एक्सप्रेस वे पर यह हादसा हुआ है। तेज रफ्तार की वजह से हादसा हुआ है, जिसमें 8 लोगों की मौत हो गई है। मरने वालों में एक बच्ची और 3 महिलाएं भी शामिल हैं। दरअसल अर्टिगा गाड़ी में सवार होकर ये सभी गुड़गांव की तरफ जा रहे थे। उसी दौरान एक ट्रक के पीछे किसी काम की वजह से इन्होंने गाड़ी रोक दी थी, पीछे साइड में लगा दी थी, जिसके बाद एक ट्रक पीछे से काफी तेज रफ्तार में आया है और गाड़ी में टक्कर मार दी है। अर्टिगा गाड़ी में सवार 8 लोगों की मौत इस हादसे में हुई है। हादसे के तुरंत बाद ट्रक चालक मौके से फरार हो गया। पुलिस मौके पर पहुंची है घटना की सूचना मिलते ही और 8 के शवों को पोस्टमार्टम के लिए बहादुरगढ़ के सामान्य अस्पताल में भिजवाया गया है। वहीं इस हादसे में एक छोटी बच्ची भी गंभीर रूप से घायल हुई है। उसको भी इलाज के लिए बहादुरगढ़ के सामान्य अस्पताल में लाया गया है। बच्ची के पैर में काफी गंभीर चोटें आई हैं, जिसका इलाज चिकित्सक कर रहे हैं। मैं बताना चाहूंगा कि जो जितने भी मृतक हैं ये सभी एक ही गाड़ी में सवार थे और फिलहाल पुलिस इनकी पहचान के प्रयास में जुटी है। यह पता नहीं लग पाया कि ये कौन लोग थे और कहाँ से आए थे। फिलहाल इतना ही बताया जा रहा है कि बहादुरगढ़ से जो गुड़गांव की तरफ जा रहे थे अर्टिगा गाड़ी में सवार होकर, रास्ते में इन्होंने गाड़ी रोकी थी, पीछे से ट्रक ने जोरदार टक्कर मारी है, जिसकी वजह से हादसा हुआ है। पुलिस ने जो फरार ट्रक चालक है उसकी गिरफ्तारी के प्रयास भी शुरू कर दिए हैं। ठीक है प्रदीप, बहुत बहुत धन्यवाद तमाम जानकारी के लिए। सो ट्रक चालक फिलहाल मौके तो फरार हैगा और इस तरह के मामले ਜਿਹੜੇ ਨੇ ਉਹ ਸੁਭਾਵਿਕ ਤੌਰ ਤੇ ਨਜ਼ਰ ਆਉਂਦਾ ਕਿ ਜਦੋਂ ਟਰੱਕ ਚਾਲਕ ਜਿਹੜਾ ਉਹ ਫਰਾਰ ਹੋ ਜਾਂਦਾ ਹੈ। ਅੱਗੇ ਵਧਾਂਗੇ, ਗੱਲ ਕਰਾਂਗੇ ਬੇਅਦਬੀ ਕਾਂਡ ਦੀ। ਬੇਅਦਬੀ ਕਾਂਡ ਦੇ ਨਾਲ ਜੁੜੇ ਵਿਵਾਦਿਤ ਪੋਸਟਰ ਦਾ ਮਾਮਲਾ, ਜਿਸ ਮਾਮਲੇ 'ਚ ਵੱਡੀ ਖਬਰ ਹੈ। ਫਰੀਦਕੋਟ ਅਦਾਲਤ ਦੇ ਵਿੱਚ ਡੇਰਾ ਪ੍ਰੇਮੀ ਦੀ ਲਿਖਾਈ ਦੇ ਸੈਂਪਲ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ। ਸੀਲਬੰਦ ਲਿਫਾਫੇ ਦੇ ਵਿੱਚ ਲਿਖਾਈ ਦੇ ਸੈਂਪਲ ਸੌਂਪ ਦਿੱਤੇ ਗਏ ਨੇ। ਹਾਲਾਂਕਿ ਉਹ ਲਿਫਾਫਾ ਸੀਲਬੰਦ ਹੈ। ਹੁਣ ਦੀ ਗੱਲ ਕੀਤੀ ਜਾਵੇ ਤਾਂ 27 ਅਕਤੂਬਰ ਨੂੰ ਅਗਲੀ ਮਾਮਲੇ ਦੇ ਵਿੱਚ ਪੇਸ਼ੀ ਹੋਵੇਗੀ, ਸੁਣਵਾਈ ਹੋਵੇਗੀ। ਔਰ ਬੇਅਦਬੀ ਤੋਂ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਦੱਸ ਦਈਏ ਕਿ ਵਿਵਾਦਿਤ ਪੋਸਟਰ ਲੱਗੇ ਸਨ। ਮਾਮਲੇ ਦੀ ਜਾਂਚ ਕਰ ਰਹੀ ਸਿਟ ਨੇ ਦਾਅਵਾ ਕੀਤਾ ਸੀ ਕਿ ਇਹ ਪੋਸਟਰ
डेरा प्रेमियों के वालों लगाए गए सन। और फोन लाइन से साढ़े नाल नरेश सेठी ने ज्यादा जानकारी दी। जी नरेश, जेकर गल की जाए तो हाल ही दे विच इस पेशी दी तां की कुछ जानकारी? बिल्कुल गुरजोत दस दी कि जी नवी सिट जी इस मामले की जांच कर रही है, उस वालों शंका जताया जा रहा है क्योंकि उसकी पड़ताल के दौरान दावा किया जा रहा है कि जेडे डेरा प्रेमी, क्योंकि इस मामले में 4 डेरा प्रेमी जेडे नामजद किए गए विवादित पोस्टर मामले में, तो उन्होंने वालों ही जेडे विवादित पोस्टर जो लगाया गया जिसनों लैके उन्होंने अदालत में एक अर्जी दायर करके इन्हों की लिखाई के सैंपल की मंग की गई। उन्होंने लिखाई के सैंपल जो लैब में टैसट कराए जाएंगे और उन्होंने पोस्टर मिलान कराया जाएगा जेडे विवादित पोस्टर उस वेले पिंड बुरजवार सिंह वाला लगे सन। अदालत की मंजूरी तो बाद जी इन्हों की लिखाई के सैंपल जो चंडीगढ़ लैब में भेजे गए थे, जिन्हों की हुण रिपोर्ट जी हूँ अदालत में सबमिट हो चुकी है। हालांकि ये जी रिपोर्ट है सीलबंद लिफाफे है, इस बारे हजे कुछ जानकारी नहीं है कि उस किस तरह के जो रिजल्ट दसे गए ने, पर 27 तरीक को जी अगली पेशी होने जा रही है, उससे मनिया जा सकता है कि ये जी रिपोर्ट है जनतक हो जाएगी और उस पता लग सकेगा कि जी लिखाई है उन्होंने नाल मैच करती है या नहीं। ये हाले फिलहाल 27 तरीक को पता लग सकता है। फिलहाल जो दसीए तो जी अदालत जी रिपोर्ट है जी सबमिट हो चुकी है। जी ठीक है, बहुत बहुत शुक्रिया नरेश, तमाम जानकारी के लिए धन्यवाद है। सो फिलहाल वड्डा खुलासा जिहड़ा कह सकते 27 अक्तूबर को होगा, पर फिलहाल तक की जो सुनवाई हुई है उस रिपोर्ट जी है सौंप दी गई है। अगे वधांगे, गल करांगे सिंघ बॉर्डर ते साजिश। सिंघ बॉर्डर ते निहंग दे वल्लों शख्स दे नाल कुटमार दा मामला है, जिस मामले च अहम खबर है मुलजम निहंग नवीन कुमार करनाल दे पिंड गगसिना दा वसनीक है। 1 साल पहला दी गल की जाए तां ही विसाखी ते निहंग बणिया सी और कल सिंघ बॉर्डर ते कीती इस शख्स दे नाल कुटमार तो बाद सुर्खियां दे विच आया सी। सो मुर्गा ना देन ते हमला किया गया सी। हमले की खबर सामने आई सी, जिस दे विच पीड़ित वो बयान भी कर रहा सी कि उसके वालों ये कीता मुर्गा ना देन ते उस ते हमला किया गया। सो सिंघ बॉर्डर ते जो कुछ होया, सो निहंग दे वालों शख्स नाल कुटमार दा मामला है। मुलजम की गल की जाए निहंग नवीन, जिसनूं कहा जा रहा है कि फर्जी निहंग सिंह है, पर करनाल दे पिंड गगसिना दा ये वसनीक दस्या जा रहा है, जो कि 1 साल पहला ही विसाखी ते जो है वो निहंग बनिया सी। सो कल की गल करी जाए तो घटना जी सामने आई सी, क्योंकि जो लखबीर दे नाल होया उस तो बाद कई तरह के खदशे शुरू होए, कई तरह दी चिंतावां जिहड़ियां ने वो कईयां नूं सताउण लगियां। इस दे जांच के आदेश डिप्टी सीएम दे वल्लों भी दिते गए सी पंजाब दे, पर उस तो बाद एक होर ये वीडियो जिहड़ी है वो भी सामने आउंदी है, मामला जिहड़ा वो भी सामने आउंदा है। फोन लाइन ते नितिन अंतर ने। जी नितिन, क्या कुछ जानकारी, क्योंकि अगर कल की वीडियो के बाद की बात की जाए तो बहुत सारे सवाल खड़े हो रहे थे। कहा जा रहा था कि फर्जी तौर पर निहंग सिंह है ये नवीन, लेकिन फिलहाल क्या जानकारी? जी बिल्कुल, इस मामले में आपको बता दो फिलहाल यही बात सामने निकल कर आ रही थी कि ये निहंग नहीं है, लेकिन ये पुख्ता हो चुका है। 1 साल पहले बैसाखी पर यह निहंग बना था। बिल्कुल ये हरियाणा के गांव करना जिला जो करनाल है उसके गांव गगसीना का रहने वाला नवीन है, लेकिन जो ये जानकारी मिल चुकी है कि यह निहंग ही था और 1 साल पहले ये बैसाखी पर निहंग बना था। यह अभी पंजाबी भाषा नहीं बोल सकता, हरियाणवी भाषा में यह बात करता है और सिंघू बॉर्डर पर यह मोर्चे में शुरू से ही जुड़ा हुआ है, निहंगों के बीच ही रहता है। इसके अलावा बस्ताड़ा टोल हो या फिर कहीं और कोई अगुवाई केएमपी पर हो, जहां पर भी किसान मोर्चा आदेश होते हैं, जहां पर भी किसान पहुंचते हैं, इसमें ये शामिल होता है और उसके बाद जो ये हरियाणवी भाषा बोलता है। इसी के कारण निहंगों ने इसे खुद पकड़ कर कल कुंडली थाना पुलिस के हवाले किया था। फिलहाल कुंडली थाना पुलिस अब इससे पूछताछ कर रही है। जी, सो फिलहाल पूछताछ हो रही है, यानी कि साफ तौर पर एक बड़े खुलासे लेकिन अब हो चुके हैं कि जो चिंताएं थी, शक थे कि ये फर्जी है, तो फर्जी तो नहीं है। उसके बाद आगे के तथ्य सारे देखे जा रहे हैं, जिस तरह से पीड़ित की भी वीडियो सामने आई थी कि उसने बहुत सारे इल्जाम लगाए थे। ठीक है नितिन, बहुत बहुत शुक्रिया तमाम जानकारी के लिए, धन्यवाद। सो कल सिंघ बॉर्डर ते घटना सामने आई सी, जिस नूं लैके कई तरह के खदशे जताए जा रहे हैं और कुल मिला के हुण वड्डे सवाल जिहड़े ने वो खड़े हो रहे हैं कि किस तरह की तस्वीर जिहड़ी है वो बनती जा रही है। वो बोला मुर्गा दो, मैं बोला बाबा जी मुर्गा नहीं दूंगा, मेरा गिनती के हिसाब। निहंग ਸਿੰਘਾਂ ਦੇ ਵੱਲੋਂ ਸਿੰਘੂ ਸਰਹੱਦ ਤੇ ਕੁੱਟਮਾਰ ਦਾ ਇਲਜ਼ਾਮ ਲਗਾ ਰਿਹਾ ਇਹ ਸ਼ਖਸ ਹੈ ਮਨੋਜ ਪਾਸਵਾਨ। पोल्ट्री फार्म ਦੇ ਵਿੱਚ ਕੰਮ ਕਰਨ ਵਾਲੇ ਮਨੋਜ ਨੇ ਇਲਜ਼ਾਮ ਲਗਾਇਆ ਕਿ ਇੱਕ ਨਿਹੰਗ ਨੇ ਉਸ ਦੇ ਕੋਲੋਂ ਮੁਰਗੀ ਦੀ ਮੰਗ ਕੀਤੀ। ਜਦੋਂ ਉਸਨੇ ਮਨਾ ਕੀਤਾ ਤੇ ਨਿਹੰਗ ਨੇ ਲਾਠੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਆਲੇ ਦੁਆਲੇ ਖੜੇ ਲੋਕਾਂ ਨੇ ਉਸ ਦੀ ਜਾਨ ਬਚਾਈ। पुलिस की कार्रवाई भी होनी चाहिए और साथ में इसका जो ट्रीटमेंट है दोनों चीज़ के लिए तो चाहिए ना। ये तो मजदूर आदमी डेली का दिहाड़ी करके अपना कमाने खाने वाला था जो
ਇਸ ਪੂਰੀ ਘਟਨਾ ਬਾਰੇ ਜਦੋਂ ਨਿਹੰਗ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਕੁੱਟਮਾਰ ਕਰਨ ਵਾਲੇ ਨਿਹੰਗ ਦੀ ਤਲਾਸ਼ ਕੀਤੀ ਗਈ। ਨਿਹੰਗ ਦੇ ਭੇਸ ਦੇ ਵਿੱਚ ਨਵੀਨ ਨਾਮ ਦੇ ਸ਼ਖਸ ਦੀ ਪਛਾਣ ਹੋਈ। ਜਦੋਂ ਪੁੱਛ ਪੜਤਾਲ ਹੋਈ ਤਾਂ ਪਤਾ ਲੱਗਿਆ ਕਿ ਨਿਹੰਗ ਅਮਨ ਸਿੰਘ ਦੀ ਜਥੇਬੰਦੀ ਨਾਲ ਸੰਬੰਧ ਸੀ ਅਤੇ 2 ਦਿਨ ਪਹਿਲਾਂ ਹੀ ਜਥੇਬੰਦੀ ਦੇ ਵਿੱਚ ਉਹ ਸ਼ਾਮਲ ਹੋਇਆ ਸੀ। ਇਸ ਦੌਰਾਨ ਨਿਹੰਗ ਜਥੇਬੰਦੀ ਦੇ ਆਗੂ ਰਾਜਾ ਰਾਜ ਸਿੰਘ ਨੇ ਸਾਫ਼ ਕਰ ਦਿੱਤਾ ਕਿ ਜੇਕਰ ਅਮਨ ਸਿੰਘ ਦਾ ਹੱਥ ਹੋਇਆ ਤਾਂ ਬਖਸ਼ਿਆ ਨਹੀਂ ਜਾਏਗਾ। ਉਧਰ ਮਾਮਲਾ ਵਾਧਾ ਵੇਖ ਅਮਨ ਸਿੰਘ ਵੀ ਸਫਾਈ ਦੇਣ ਪਹੁੰਚ ਗਏ। ਪੁੱਛਤਾਛ ਪੂਰੀ ਹੋ ਜਾਣੀ ਚਾਹੀਦੀ, ਕਿੱਥੋਂ ਆਏ ਨੇ। ਹੁਣ ਅਸੀਂ ਅਮਨ ਨੂੰ ਫੜਾਂਗੇ, ਉਹਨੂੰ ਵੀ ਬਖਸ਼ਾਂਗੇ ਨਹੀਂ ਹੈਗਾ। ਜਿਹੜੇ ਸਾਡੇ ਆ ਕੇ ਖੱਲਰ ਪਾ ਰਿਹਾ, ਇਹ ਪਰਸੋਂ ਆਇਆ ਹਲੇ, ਇਹ ਤਾਂ ਕਹਿ ਰਿਹਾ ਪਰਸੋਂ ਵਿਸਾਖੀ ਦਾ ਦੱਸ ਰਿਹਾ ਹੈ। ਇਹ ਬਾਬਾ ਮਾਨ ਸਿੰਘ ਇਹਨੂੰ ਲੰਗਰ ਛੱਡ ਕੇ ਗਏ ਸੀ, ਲੰਗਰ ਦੀ ਸੇਵਾ ਕਰਦਾ ਸੀ, ਉਹਨਾਂ ਨੂੰ ਇਹ ਪੁੱਛ ਕੇ ਰਿਹਾ। ਨਿਹੰਗ ਦਾ ਚੋਲਾ ਪਾਏ ਨਵੀਨ ਸਫਾਈ ਦੇ ਰਿਹਾ ਹੈ ਕਿ ਉਸਨੇ ਮੁਰਗੀ ਵੇਚਣ ਵਾਲੇ ਮਨੋਜ ਨੂੰ ਬੀੜੀ ਪੀਣ ਤੋਂ ਰੋਕਿਆ ਸੀ, ਪਰ ਮੌਕੇ ਤੇ ਮੌਜੂਦ ਲੱਖਾ ਸਿਧਾਣਾ ਨੇ ਦਾਅਵਾ ਕੀਤਾ ਕਿ ਨਵੀਨ ਕੁਮਾਰ ਵਰਗੇ ਅਜਿਹੇ ਕਈ ਲੋਕ ਨੇ ਜੋ ਵੱਖ-ਵੱਖ ਭੇਸਾਂ ਦੇ ਵਿੱਚ ਮੋਰਚੇ ਨੂੰ ਬਦਨਾਮ ਕਰ ਰਹੇ ਨੇ। ਉਧਰ ਪੁਲਿਸ ਨੇ ਨਵੀਨ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। मैं उसको ये बोलिया मगर इतने बीड़ी ना पिए। ਸੀਨਾ ਕਰਨਾਲ ਦਾ ਰਹਿਣ ਵਾਲਾ ਜੀ, ਠੀਕ ਆ। ਹੁਣ ਇਹੋ ਜਿਹੇ ਬੰਦੇ ਜਿਹੜੇ ਨਿਹੰਗ ਬਾਣੇ ਦੇ ਵਿੱਚ ਆ ਕੇ ਤਾਂ ਨਿਹੰਗਾਂ ਨੂੰ ਵੀ ਬਦਨਾਮ ਕਰ ਰਹੇ ਆ। इसमें पता लगा है कि वो जो निहंगों में जो लड़का रहता है उसका नाम नवीन है, कंगसीना गांव का है, करनाल का। वो नवीन नाम है उसका, और उसको हमने राउंड अप किया है, उससे पूछताछ चल रही है। ਨਿਹੰਗ ਦੇ ਭੇਸ ਦੇ ਵਿੱਚ ਜਿਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਫੇਸਬੁੱਕ ਅਕਾਊਂਟ ਦੇ ਉੱਤੇ ਨਾਮ ਨਵੀਨ ਸੰਧੂ ਲਿਖਿਆ ਹੈ ਅਤੇ ਕਰਨਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸੋਨੀਪਤ ਤੋਂ ਨਿਤਿਨ ਅੰਤਲ, ਨਿਊਜ਼ 18 ਪੰਜਾਬ। ਤੇ ਨਿਹੰਗ ਅਮਨ ਸਿੰਘ ਦੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਸਿੰਘੂ ਸਰਹੱਦ ਤੇ ਹੋਏ ਕਤਲकांड ਨੂੰ ਲੈ ਕੇ ਉਹਨਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਦੇ ਵਿੱਚ ਆ ਕੇ ਪੰਜਾਬ ਪੁਲਿਸ ਦੀ ਸਿੱਟ ਦੀ ਟੀਮ ਜਾਂਚ ਦੇ ਲਈ ਉਹਨਾਂ ਦੇ ਘਰ ਪਹੁੰਚੀ ਤਾਂ ਪਿਤਾ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ। ਇਹ ਘਰ ਹੈ ਨਿਹੰਗ ਅਮਨ ਸਿੰਘ ਦਾ। ਹਾਲਾਤ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਘਰ ਵਾਲਿਆਂ ਨੂੰ 2 ਵਕਤ ਦੀ ਰੋਟੀ ਵੀ ਕਿੰਨੀ ਮੁਸ਼ਕਲ ਦੇ ਨਾਲ ਨਸੀਬ ਹੁੰਦੀ ਹੋਵੇਗੀ। ਪਰ ਸਿੰਘੂ ਸਰਹੱਦ ਤੇ ਹੋਏ ਕਤਲकांड ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਅਮਨ ਸਿੰਘ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਉਸ ਦੀ ਭੂਮਿਕਾ ਨੂੰ ਲੈ ਕੇ ਕਈ ਸਵਾਲ ਉੱਠ ਖੜੇ ਹੋਏ ਨੇ। ਪੰਜਾਬ ਸਰਕਾਰ ਦੇ ਵੱਲੋਂ ਬਣਾਈ SIT ਦੀ ਟੀਮ ਵੀ ਅਮਨ ਸਿੰਘ ਦੇ ਪਿੰਡ ਬਵਨਪੁਰਾ ਪੁੱਛਗਿੱਛ ਦੇ ਲਈ ਪਹੁੰਚ ਗਈ, ਪਰ ਉਸ ਦੇ ਪਿਤਾ ਆਪਣੇ ਪੁੱਤਰ ਨੂੰ ਨਿਰਦੋਸ਼ ਦੱਸ ਰਹੇ ਨੇ। ਅਸੀਂ ਤਾਂ ਜੀ ਐਂ ਕਹਿਣਾ ਵੀ ਝੂਠਾ ਇਲਜ਼ਾਮ ਪੈਂਦਾ ਤਾਂ ਜਿਵੇਂ ਇਹੋ ਜਿਹਾ ਮੇਰਾ ਬੇਟਾ ਹੈ ਨਹੀਂ ਤੀਗਾ, ਜਿਵੇਂ ਇਲਜ਼ਾਮ ਪੈਂਦਾ ਉਹਦੇ ਤੇ। ਪਿਤਾ ਦਾ ਕਹਿਣਾ ਕਿ ਅਮਨ ਸਿੰਘ 6 ਸਾਲ ਪਹਿਲਾਂ ਘਰ ਛੱਡ ਗਿਆ ਸੀ। ਉਸ ਤੋਂ ਬਾਅਦ ਉਹ ਨਿਹੰਗ ਜਥੇਬੰਦੀ ਵਿੱਚ ਸ਼ਾਮਲ ਹੋਇਆ ਅਤੇ ਕਦੇ ਉਹਨਾਂ ਦੇ ਨਾਲ ਸੰਪਰਕ ਨਹੀਂ ਹੋਇਆ। ਅਮਨ ਜੀ ਮੇਰਾ ਬੇਟਾ किस हालात चो घरों गया सी, वो कदों दा गया होया? ਹੁਣ ਕਈ ਸਾਲ ਹੋ ਗਏ, 6 ਸਾਲ ਹੋ ਗਏ, 7 ਸਾਲ ਨੂੰ ਗਏ ਨੂੰ। ਤੁਹਾਨੂੰ ਕਦੇ ਮਿਲਿਆ ਜਾਂ ਫੋਨ ਆਇਆ ਕਦੇ ਉਹਨਾਂ ਦਾ? ਨਹੀਂ ਜੀ, ਕਦੇ ਕੋਈ ਨਾ ਫੋਨ ਨਾ ਮਿਲਿਆ ਸਾਨੂੰ, ਕਦੇ ਨਹੀਂ ਮਿਲਿਆ। ਨਿਹੰਗ ਅਮਨ ਸਿੰਘ ਦੀ ਭੂਮਿਕਾ ਨੂੰ ਲੈ ਕੇ ਹੁਣ ਸਿੰਘੂ ਸਰਹੱਦ ਤੇ ਵੀ ਮੌਜੂਦ ਨਿਹੰਗ ਜਥੇਬੰਦੀਆਂ ਦੇ ਵਿੱਚ ਵਿਰੋਧ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਅਤੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਸਾਡਾ ਅਮਰ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ। ਜੋ ਕੁਝ ਕੀਤਾ ਉਹ ਤੋਂ ਪੁੱਛ ਪੜਤਾਲ ਕਰੀ ਜਾਵੇ। ਉਹਨੂੰ ਪੁਲਿਸ ਚੱਕ ਉਹਦੇ ਡਾਂਗਾ ਮਾਰ ਮਾਰ ਉਹਦੇ ਗਲਾਵੇ ਕੀ ਇਹ ਫੋਟੇ ਨਾਲ ਲੈਣ ਦੇਣਾ ਨਾ। ਉਹਨੇ ਬਾਬਾ ਮਾਨ ਸਿੰਘ ਨੂੰ ਦੱਸਿਆ ਮੈਂ ਉੱਥੇ BJP ਨੂੰ ਮਿਲਣ ਚੱਲਿਆ, ਨਾ ਸਾਨੂੰ ਕਿਸੇ ਨੂੰ ਦੱਸਿਆ। ਅਮਨ ਸਿੰਘ ਨੂੰ 2018 ਦੇ ਵਿੱਚ ਡਰੱਗ ਦੇ ਮਾਮਲੇ ਵਿੱਚ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਸਾਫ਼ ਹੈ ਕਿ ਜਿਸ ਤਰੀਕੇ ਦੇ ਨਾਲ ਅਮਨ ਸਿੰਘ ਦੇ ਨਾਲ ਜੁੜੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ, ਉਸ ਤੋਂ ਬਾਅਦ ਕਈ ਹੋਰ ਰਾਜ਼ ਤੋਂ ਵੀ ਪਰਦਾ ਉੱਠ ਸਕਦਾ ਹੈ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18। ਸੋ ਅੱਗੇ ਵਧਦੇ ਹਾਂ। ਸਿੰਘੂ ਕਤਲकांड ਮਾਮਲੇ ਦੇ ਵਿੱਚ ਮ੍ਰਿਤਕ ਲਖਬੀਰ ਦੇ ਵੱਲੋਂ ਇੱਕ ਮੋਬਾਈਲ ਨੰਬਰ ਦੱਸਿਆ ਗਿਆ ਸੀ। ਇਸੇ ਨੰਬਰ ਦੀ ਪੜਤਾਲ ਕਰਦੇ ਨਿਊਜ਼ 18 ਦੀ ਟੀਮ ਉਸ ਸ਼ਖਸ ਦੇ ਕੋਲ ਪਹੁੰਚੀ ਹੈ ਜੋ ਇਸ ਵੇਲੇ ਉਸ ਨੰਬਰ ਨੂੰ ਚਲਾ ਰਿਹਾ। ਇਹ ਸ਼ਖਸ ਕੌਣ ਹੈ, ਲਖਬੀਰ ਸਿੰਘ ਦੇ ਨਾਲ ਕੀ ਰਿਸ਼ਤਾ ਸੀ, ਇਹ ਰਿਪੋਰਟ ਦੇ ਵਿੱਚ ਵੇਖਦੇ ਹਾਂ। ਕੀ ਨਾਮ ਭਾਈ ਤੁਹਾਡਾ? मेरा नाम प्रगट। ਇਹ ਹੈ ਪ੍ਰਗਟ ਸਿੰਘ, ਉਹ ਸ਼ਖਸ ਜਿਸ ਦਾ ਨੰਬਰ ਲਖਬੀਰ ਨੇ ਮੌਤ ਤੋਂ ਪਹਿਲਾਂ ਦੱਸਿਆ ਸੀ, ਜੋ ਵਾਇਰਲ ਵੀਡੀਓ ਹੋਈ ਹੈ। ਕਿ ਉਸ ਨੂੰ 30,000 ਰੁਪਏ ਦੇ ਕੇ ਸਿੰਘੂ ਬਾਰਡਰ ਭੇਜਿਆ ਗਿਆ ਸੀ। ਉਸੇ ਨੰਬਰ ਦੀ ਪੜਤਾਲ ਕਰਦਿਆਂ ਨਿਊਜ਼ 18 ਦੀ ਟੀਮ ਤਰਨਤਾਰਨ ਦੇ ਪਿੰਡ ਹਵੇਲੀਆਂ ਪਹੁੰਚੀ। ਇੱਥੇ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਲਖਬੀਰ ਨੂੰ ਪੈਸੇ ਦੇਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਪ੍ਰਗਟ ਸਿੰਘ ਨੇ ਖੁਲਾਸਾ ਕੀਤਾ ਕਿ ਲਖਬੀਰ ਨਸ਼ੇ ਦਾ ਆਦੀ ਸੀ
ਉਹ ਉਸਦੇ ਕੋਲ ਸਿਰੀ ਦਾ ਕੰਮ ਕਰਦਾ ਸੀ, ਪਰ 10 ਕੁ ਦਿਨ ਪਹਿਲਾਂ ਹੀ ਕੰਮ ਛੱਡ ਕੇ ਚਲਾ ਗਿਆ ਸੀ। ਨਹੀਂ ਜੀ, ਇਹੋ ਜਿਹੀ ਤੇ ਕੋਈ ਗੱਲ ਨਹੀਂ। ਮੇਰੇ ਤੇ ਡੰਗਰਾਂ ਨੂੰ ਪੱਠੇ ਪਾਉਂਦਾ ਸੀ। ਕਿੰਨੇ ਕੁ ਚਿਰ ਤੋਂ ਤੁਹਾਡੇ 4 ਮਹੀਨੇ ਹੋ ਗਏ। ਹਾਂਜੀ, ਨੰਬਰ ਹੀ ਲਿਆ ਨਾ ਨਹੀਂ। ਪਹਿਲਾਂ ਉਹ ਨੰਬਰ ਇੱਕ ਹੋਰ ਲੱਗਾ ਲੈਣ, ਮੁੜ ਕੇ ਨੇ ਮੇਰਾ ਲੈ ਦਿੱਤਾ। ਉਹਨੂੰ ਮੇਰਾ ਨੰਬਰ ਯਾਦ ਹੀ, ਆਪਣੀ ਭੈਣ ਨੂੰ ਫੋਨ ਕਰਦਾ ਸੀ ਮੇਰੇ ਕੋਲ। ਪੱਤੇ ਦਾ ਦੀ ਸ਼ਰਾਬ ਸ਼ੁਰੂ ਪੀਂਦਾ ਕਿ ਜਿਵੇਂ ਦੱਸਿਆ ਜਾ ਰਿਹਾ ਕਿ ਇਹਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਚਾਹੀ ਹੈ, ਕੀ ਤੁਹਾਨੂੰ ਕਿਸ ਤਰ੍ਹਾਂ ਜਾਪਦਾ ਕਿ ਬੰਦਾ ਇਸ ਤਰ੍ਹਾਂ? ਨਹੀਂ ਕੁਝ ਕਹਿ ਸਕਦੇ, ਕਿਉਂਕਿ ਉਹ ਇਥੋਂ ਗਏ ਨੂੰ ਸਾਡੇ ਘਰੋਂ 10 ਦਿਨ ਹੋ ਗਏ ਹਨ, ਤੇ ਉੱਥੇ ਜਾ ਕੇ ਕਿਸੇ ਦੇ ਟੇਟੇ ਚੜ ਗਿਆ ਹੋਵੇ, ਮੈਂ ਕਹਿ ਨਹੀਂ ਸਕਦਾ ਇਹ ਗੱਲ। ਉਧਰ ਪਿੰਡ ਵਾਸੀ ਵੀ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ ਨਜ਼ਰ ਆਏ। ਉਹਨਾਂ ਪ੍ਰਗਟ ਸਿੰਘ ਤੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਵੀ ਸਿਰੇ ਤੋਂ ਖਾਰਿਜ ਕਰ ਦਿੱਤਾ। ਅਸੀਂ ਤੇ ਆਪ ਮਹਾਰਾਜ ਨੂੰ ਮੰਨਣ ਵਾਲੇ ਇਨਸਾਨ ਆ। ਪਹਿਲੀ ਗੱਲ ਆ ਵੀ ਉਹਨੇ ਜ਼ਰੂਰ, ਉਹ ਰਹਿੰਦਾ ਜ਼ਰੂਰ ਸੀ। ਹੋ ਸਕਦਾ ਜਦੋਂ ਉਹਨੂੰ ਉਹਨਾਂ ਮਾਰਿਆ ਉਹ ਕੋ ਨਾ ਹੀ ਪ੍ਰਗਟ ਸਿੰਘ ਦਾ ਆਇਆ ਹੋਵੇ, ਤੇ ਇਸ ਕਰਕੇ ਉਹ ਕਹਿੰਦੇ 30,000 ਰੁਪਈਆ, ਤੇ ਉਹਨੇ ਕਹਿੰਦੇ 30 ਰੁਪਈਏ ਨਹੀਂ ਉਹਨੂੰ ਦਿੱਤੇ, 30,000 ਉਹਨੇ ਕਿੱਥੋਂ ਦੇ ਦੇਣਾ? ਦੂਸਰੀ ਗੱਲ, ਉਹਨੂੰ ਕੀ ਲੋੜ ਸੀ ਮਹਾਰਾਜ ਦੇ ਬੇਅਦਬੀ ਉੱਥੇ ਜੰਮੂ ਬਾਰਡਰ ਤੇ ਘੱਲਣਾ ਸੀ? ਇੱਥੇ ਪਿੰਡ 'ਚ ਮਹਾਰਾਜ ਨਹੀਂ ਹੈਗੇ। ਦਿਨ ਪਹਿਲਾਂ ਸਾਡੇ ਨੂੰ ਚਲੇ ਗਿਆ। ਇੱਥੇ ਕੋਈ ਰੁਪਈਏ ਦੀ ਗੱਲ ਨਹੀਂ, ਕੋਈ ਕੀ ਗੱਲ ਨਹੀਂ। ਗੱਲ ਤੇ ਇਹ ਪਹਿਲੇ ਜਾਂਚ ਹੋਣੀ ਚਾਹੀਦੀ ਆ। ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ, ਦੂਜੇ ਨੂੰ ਨਹੀਂ ਮਿਲਣੀ ਚਾਹੀਦੀ। ਪ੍ਰਗਟ ਸਿੰਘ ਤੇ ਉਸਦੇ ਪਿੰਡ ਵਾਸੀ ਪੂਰੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਦੀ ਮੰਗ ਕਰ ਰਹੇ ਨੇ। ਉੱਥੇ ਜਿਹੜੇ 5 ਵਕੀਲਾਂ ਵੱਲੋਂ ਇਸ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ, ਉਹਨਾਂ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਲਖਬੀਰ ਨੂੰ ਸਿੰਘੂ ਬਾਰਡਰ ਲਿਆਂਦਾ ਗਿਆ ਸੀ। ਮੇਰੇ ਨੰਬਰ ਐਡ ਕਰੀ, ਆੜਤ ਦੀ ਦੁਕਾਨ ਹੈ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਬਜਾਏ ਕਿ ਸ਼ਾਹ ਕੋਲ ਜਾਵੇ, ਉਹ ਕਿਸੇ ਦੇ ਨਾਲ ਜਿਹੜਾ ਹੈਗਾ ਅਲਟੀਮੇਟਲੀ ਸਿੰਘੂ ਬਾਰਡਰ ਮਿਲ ਗਿਆ, ਪਹੁੰਚ ਗਿਆ। ਉੱਥੇ ਉਹ ਕਿਵੇਂ ਇੰਡਕਟ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਅਸੀਂ ਸਾਰਾ ਰਿਲੀਜ਼ ਕੀਤਾ, ਕਿਉਂਕਿ ਉਹ ਬੰਦਾ ਜਿਹੜਾ ਹੈਗਾ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਸੀਗਾ ਤੇ ਸਿੱਖੀ ਰੀਤੀ ਰਿਵਾਜ਼ਾਂ ਬਾਰੇ ਜਾਣੂ ਸੀਗਾ। ਬਹਰਹਾਲ ਦੇਖਣਾ ਹੋਵੇਗਾ ਕਿ ਆਖਿਰ ਲਖਬੀਰ ਮਾਮਲੇ 'ਚ ਪੁਲਿਸ ਦਾ ਅੱਗੇ ਕੀ ਐਕਸ਼ਨ ਹੁੰਦਾ ਹੈ। ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ ਤੇ ਤਰਨਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18 ਪੰਜਾਬ। ਜਦੋਂ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੇ ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਅੰਦੋਲਨ ਦਾ ਅਧਿਕਾਰ ਹੈ, ਪਰ ਸੜਕਾਂ ਜਾਮ ਕਰਨ ਦਾ ਨਹੀਂ ਹੈ। ਅਦਾਲਤ ਦੀ ਸਖਤ ਟਿੱਪਣੀ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਨੇ। ਵੇਖਦੇ ਹਾਂ ਰਿਪੋਰਟ। ਗਾਜ਼ੀਪੁਰ ਸਰਹੱਦ ਤੋਂ ਪੁਲਿਸ ਦੇ ਹਟ ਰਹੇ ਇਹ ਬੈਰੀਕੇਡ ਵੀਰਵਾਰ ਨੂੰ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਹਟੇ ਨੇ। ਕਿਸਾਨਾਂ ਵੱਲੋਂ ਸਰਵਿਸ ਲਾਈਨ ਖੋਲ ਦਿੱਤੀ ਗਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹਨਾਂ ਵੱਲੋਂ ਰਾਹ ਨਹੀਂ ਰੋਕਿਆ ਗਿਆ ਸੀ, ਬਲਕਿ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਸਨ। और हम भी यही कह रहे खाली हो जाना चाहिए। हमने क्या कोई गलत कहा, हमने क्या रास्ते रोक रखे? ਖਾਲੀ ਕਰਵਾ ਰਹੇ आज आप लोग? नहीं, हम क्या कोर्ट वो है खाली करवाएंगे? हमने रोक ही नहीं रखा। जिसने रोक रखा वो खाली करे। किसने रोक रखा है? ये लिख के क्या लिख रहा? दिल्ली पुलिस। और तो इसी ने रोक रखा। ये जाना चाहे दिल्ली जाना चाहे, आम पब्लिक है। इसका इस आंदोलन तो कोई मतलब नहीं है। ये तो दिल्ली जा अपने रिश्तेदारों के यहाँ से संयुक्त मोर्चा तय करेगा कब, कहाँ और कैसे जाना है, वो संयुक्त मोर्चा बताएगा, तय करेगा। ਵੀਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇੱਕ ਵਾਰ ਮੁੜ ਤੋਂ ਰਾਹ ਰੋਕਣ ਤੇ ਕਿਸਾਨਾਂ ਨੂੰ ਫਟਕਾਰ ਲਗਾਈ। ਅਦਾਲਤ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਦਾ ਅਧਿਕਾਰ ਹੈ, ਪਰ ਇਸ ਤਰ੍ਹਾਂ ਅਣਮਿੱਥੇ ਸਮੇਂ ਦੇ ਲਈ ਸੜਕਾਂ ਜਾਮ ਨਹੀਂ ਕੀਤੀਆਂ ਜਾ ਸਕਦੀਆਂ। ਜਸਟਿਸ ਐਸ.ਕੇ. ਕੌਲ ਅਤੇ ਸੀ.ਟੀ. ਰਵੀ ਕੁਮਾਰ ਦੀ ਬੈਂਚ ਨੇ ਕਿਹਾ ਕਿ ਕੁਝ ਤਾਂ ਹੱਲ ਕੱਢਣਾ ਹੀ ਹੋਵੇਗਾ। ਸੁਣਵਾਈ ਦੌਰਾਨ ਸੰਯੁਕਤ ਕਿਸਾਨ ਮੋਰਚੇ ਤੋਂ ਸਵਾਲ ਕੀਤਾ ਗਿਆ ਕਿ ਕਿਸਾਨਾਂ ਨੂੰ ਸੜਕਾਂ ਤੇ ਜਾਮ ਲਗਾਉਣ ਦਾ ਅਧਿਕਾਰ ਹੈ। ਇਸ ਤੇ ਕਿਸਾਨਾਂ ਨੇ ਕਿਹਾ ਪੁਲਿਸ ਸੜਕ ਪ੍ਰਬੰਧਨ ਨੂੰ ਬਿਹਤਰ ਕਰ ਸਕਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰ ਸਕਦੀ ਤਾਂ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਜਾਂ ਫਿਰ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਤੋਂ 3 ਹਫ਼ਤੇ ਦਾ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਕਿਸਾਨਾਂ ਨੂੰ ਝਾੜ ਪਾ ਚੁੱਕੀ ਹੈ। ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗ ਰਹੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਪੂਰੇ ਦਿੱਲੀ ਸ਼ਹਿਰ ਦਾ ਦਮ ਘੋਟ ਦਿੱਤਾ ਹੈ, ਹਾਈਵੇ ਜਾਮ ਕਰ ਦਿੱਤਾ ਹੈ, ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਜਸਟਿਸ AM ਖਾਨ ਵਿਲਸਕ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਸੀ ਕਿ ਕਿਸੇ ਕਾਨੂੰਨ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਣ ਤੋਂ ਬਾਅਦ ਕੋਰਟ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਦਿੱਲੀ ਤੋਂ ਸੁਸ਼ੀਲ ਪਾਂਡੇ, ਨਿਊਜ਼ 18 ਪੰਜਾਬ। ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਯੋਗੇਂਦਰ ਯਾਦਵ ਦੀ। ਸੰਯੁਕਤ ਕਿਸਾਨ ਮੋਰਚੇ ਨੇ ਯੋਗੇਂਦਰ ਯਾਦਵ ਨੂੰ ਸਸਪੈਂਡ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਯੋਗੇਂਦਰ ਯਾਦਵ 1 ਮਹੀਨੇ ਦੇ ਲਈ ਸਸਪੈਂਡ ਕੀਤੇ ਗਏ ਨੇ। ਲਖੀਮਪੁਰ ਘਟਨਾ ਦੇ ਵਿੱਚ ਸ਼ਾਮਿਲ ਬੀਜੇਪੀ ਵਰਕਰ ਦੇ ਘਰ ਜਾਣ ਦਾ ਇਲਜ਼ਾਮ ਹੈ, ਜਿਸ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ 1 ਮਹੀਨੇ ਤੱਕ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਯੋਗੇਂਦਰ ਯਾਦਵ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੁਣਾ ਦਿੱਤਾ ਗਿਆ। ਦੱਸਦੇ ਕਿ ਲਖੀਮਪੁਰ ਦੀ ਘਟਨਾ ਦੇ ਵਿੱਚ 8 ਜਣੇ ਮਾਰੇ ਗਏ ਸਨ, ਜਿਨ੍ਹਾਂ ਦੇ ਵਿੱਚੋਂ 4 ਕਿਸਾਨ ਸਨ, 1 ਪੱਤਰਕਾਰ ਸੀ ਔਰ 3 ਉਹ ਬੀਜੇਪੀ ਵਰਕਰ ਸਨ। ਜਿਸ ਤੋਂ ਬਾਅਦ ਇਹ ਮੁਲਾਕਾਤ ਕੀਤੀ ਗਈ ਹੈ ਯੋਗੇਂਦਰ ਯਾਦਵ ਦੇ ਵੱਲੋਂ। ਉਧਰ ਸਾਫ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਹੁਣੇ ਵੱਡਾ ਫੈਸਲਾ ਸੁਣਾਉਂਦੇ ਹੋਏ ਨਜ਼ਰ ਆਏ ਨੇ। ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਮ੍ਰਿਤਕ ਬੀਜੇਪੀ ਵਰਕਰ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਆਪਣੇ ਫੈਸਲੇ ਤੇ ਕਾਇਮ ਨੇ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਰਵਾਈ ਨੂੰ ਸਵੀਕਾਰ ਕਰਦੇ ਨੇ, ਯਾਨੀ ਕਿ ਫੈਸਲੇ ਤੇ ਵੀ ਕਾਇਮ ਨੇ ਔਰ ਦੂਸਰੇ ਪਾਸੇ ਜੋ ਕਾਰਵਾਈ ਕੀਤੀ ਗਈ ਉਸ ਤੇ ਵੀ ਸਵੀਕਾਰ ਉਹਨਾਂ ਨੇ ਜਤਾਇਆ ਹੈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰਾ ਮਾਮਲਾ ਕੀ ਹੈ। ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਵੇਖ ਲੈਣੇ। ਲਖੀਮਪੁਰ ਦੇ ਵਿੱਚ ਮਾਰੇ ਗਏ ਬੀਜੇਪੀ ਵਰਕਰ ਦੇ ਘਰ ਪਹੁੰਚੇ ਸੀ ਯੋਗੇਂਦਰ ਯਾਦਵ। ਮ੍ਰਿਤਕ ਸ਼ੁਭਮ ਮਿਸ਼ਰਾ ਦੇ ਪਰਿਵਾਰ ਦੇ ਨਾਲ ਉਹਨਾਂ ਨੇ ਸੰਵੇਦਨਾ ਜਤਾਈ ਸੀ। ਯੋਗੇਂਦਰ ਯਾਦਵ ਨੇ ਖੁਦ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜਤਾਇਆ ਸੀ ਇਸ ਤੇ ਸਖਤ ਇਤਰਾਜ਼। ਯੋਗੇਂਦਰ ਯਾਦਵ ਤੋਂ ਅਫਸੋਸ ਜਤਾਉਣ ਦੀ ਮੰਗ ਕੀਤੀ ਸੀ ਕਿ ਅਫਸੋਸ ਜਤਾਇਆ ਜਾਵੇ ਕਿ ਉੱਥੇ ਪਹੁੰਚੇ ਨੇ। ਯੋਗੇਂਦਰ ਯਾਦਵ ਨੇ ਮੁਲਾਕਾਤ ਨੂੰ ਸਹੀ ਠਹਿਰਾਇਆ। ਯੋਗੇਂਦਰ ਨੇ ਅਫਸੋਸ ਜਤਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਔਰ ਸੰਯੁਕਤ ਕਿਸਾਨ ਮੋਰਚੇ ਨੇ ਯੋਗੇਂਦਰ ਯਾਦਵ ਨੂੰ ਜਿਸ ਤੋਂ ਬਾਅਦ 1 ਮਹੀਨੇ ਦੇ ਲਈ ਸਸਪੈਂਡ ਕਰ ਦਿੱਤਾ ਹੈ। ਸੋ ਇਹ ਸਾਰਾ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਦੇ ਨਾਲ ਸਾਹਮਣੇ ਆਇਆ, ਯਾਨੀ ਕਿ ਅਫਸੋਸ ਜਤਾਉਣ ਦੇ ਲਈ ਕਿਹਾ ਗਿਆ ਸੀ ਪਰ ਉਸ ਤੇ ਮਨਾ ਕਰ ਦਿੱਤਾ ਯੋਗੇਂਦਰ ਯਾਦਵ ਨੇ। ਜੋ ਮਾਰੇ ਗਏ ਬੀਜੇਪੀ ਵਰਕਰ ਉਹਨਾਂ ਦੇ ਘਰ ਯੋਗੇਂਦਰ ਯਾਦਵ ਪਹੁੰਚੇ ਸੀ। ਸ਼ੁਭਮ ਮਿਸ਼ਰਾ ਜਿਨ੍ਹਾਂ ਦਾ ਨਾਂ ਦੱਸਿਆ ਜਾ ਰਿਹਾ, ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਨੇ ਸੰਵੇਦਨਾ ਜਤਾਈ ਸੀ, ਜਿਸ ਤੋਂ ਬਾਅਦ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਨੇ ਸੁਣਾ ਦਿੱਤਾ। 1 ਮਹੀਨੇ ਦੇ ਲਈ ਹੁਣ ਸਸਪੈਂਡ ਰਹਿਣ ਵਾਲੇ ਨੇ ਯੋਗੇਂਦਰ ਯਾਦਵ। ਹਾਲਾਂਕਿ ਯੋਗੇਂਦਰ ਯਾਦਵ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਫੈਸਲੇ ਦਾ ਸਵਾਗਤ ਕਰਦੇ ਨੇ, ਜੋ ਵੀ ਫੈਸਲਾ ਸੁਣਾਇਆ ਗਿਆ ਉਸ ਨੂੰ ਮੰਨਣਗੇ, ਪਰ ਜੋ ਉਹਨਾਂ ਨੇ ਕੀਤਾ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤਾਂ ਉਸ ਤੇ ਉਹ ਕਾਇਮ ਨੇ, ਯਾਨੀ ਕਿ ਉਹਨਾਂ ਨੂੰ ਉਸ ਤੇ ਕੋਈ ਵੀ ਖੇਦ ਨਹੀਂ ਹੈ, ਕੋਈ ਉਹਨਾਂ ਨੂੰ ਉਸ ਤੇ ਇੱਥੇ ਸੰਵੇਦਨਾ ਨਹੀਂ ਹੈ ਕਿ ਉਹ ਖਾਸ ਉੱਥੇ ਉਹਨਾਂ ਨੂੰ ਖੇਦ ਨਹੀਂ ਹੈ, ਯਾਨੀ ਕਿ ਕੋਈ ਪਰੇਸ਼ਾਨੀ ਨਹੀਂ ਹੈ ਕਿ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ, ਯਾਨੀ ਕਿ ਉਸ ਤੇ ਕਾਇਮ ਨੇ। ਸੋ ਸਾਫ਼ ਤੌਰ ਤੇ ਅਗਰ ਗੱਲ ਕੀਤੀ ਜਾਵੇ ਪਿਛਲੇ ਕਈ ਦਿਨਾਂ ਤੋਂ ਵੇਖਿਆ ਗਿਆ, ਯਾਨੀ ਕਿ 10 ਮਹੀਨੇ ਤੋਂ 11 ਮਹੀਨੇ ਹੋਣ ਵਾਲੇ ਨੇ ਉੱਥੇ ਬੈਠੇ ਹੋਏ ਕਿਸਾਨਾਂ ਨੂੰ। ਇਸ ਦੌਰਾਨ ਕਈ ਜਣਿਆਂ ਨੂੰ ਸਸਪੈਂਡ ਕੀਤਾ ਗਿਆ। ਇਸ ਦੇ ਵਿੱਚ ਗੁਰਨਾਮ ਚੜੂਨੀ ਵੀ ਨੇ, ਜਿਨ੍ਹਾਂ ਨੂੰ ਇੱਕ ਵੱਡੇ ਬਿਆਨ ਤੋਂ ਬਾਅਦ ਸਸਪੈਂਡ ਕੀਤਾ ਗਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਚੋਣ ਲੜਨਾ ਚਾਹੁੰਦੇ ਨੇ, ਆ ਚੋਣ ਲੜਨੀ ਚਾਹੀਦੀ ਹੈ। ਸੋ ਇਸ ਤੋਂ ਇਲਾਵਾ ਵੀ ਕਈ ਆਗੂ ਜਿਹੜੇ ਨੇ ਉਹ ਸਸਪੈਂਡ ਹੋਏ ਨੇ। ਉਹਨਾਂ ਦੇ ਵਿੱਚ ਰੁਰਦੂ ਸਿੰਘ ਮਾਨਸਾ ਵੀ ਸੀ। ਸੋ ਫੋਨ ਲਾਈਨ ਤੇ ਮਨਜੀਤ ਸਿੰਘ ਰਾਏ ਨੇ ਸਾਡੇ ਨਾਲ, ਕਿਸਾਨ ਆਗੂ, ਖਾਸ ਤੌਰ ਤੇ ਯੋਗੇਂਦਰ ਯਾਦਵ ਹੋਰਾਂ ਦੇ ਬਾਬਤ। ਰਾਏ ਸਾਹਿਬ, ਤੁਹਾਡੇ ਦੇ ਨਾਲ ਗੱਲ ਕਰਾਂਗੇ ਕਿਉਂਕਿ 1 ਮਹੀਨੇ ਦੇ ਲਈ ਸਸਪੈਂਸ਼ਨ ਦਾ ਫੈਸਲਾ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ। ਸਭ ਤੋਂ ਪਹਿਲਾਂ ਇਸ ਤੇ ਕੀ ਪ੍ਰਤੀਕਰਮ ਹੈ ਤੁਹਾਡਾ? ਦੇਖੋ, ਇਹ ਜਿਹੜਾ ਸੰਯੁਕਤ ਮੋਰਚਾ ਜੀ ਉਹ ਸੁਪਰੀਮ ਹੈ। ਇਹਦੇ ਵਿੱਚ ਕੋਈ ਵਿਅਕਤੀ ਵਿਸ਼ੇਸ਼ ਕੋਈ ਬੜਾ ਨਹੀਂ ਹੈ। ਸੰਯੁਕਤ ਮੋਰਚਾ ਵੱਡਾ ਹੈ। ਜੋ ਸੰਯੁਕਤ ਮੋਰਚੇ ਦਾ ਫੈਸਲਾ ਹੈ ਉਹ ਸਾਰਿਆਂ ਨੂੰ ਮੰਨਣਾ ਪੈਂਦਾ। ਸੋ ਕੱਲ ਬੜੀ ਜਿਹੜੀ ਮੀਟਿੰਗ, ਵੱਡੀ ਮੀਟਿੰਗ ਸੀ ਸਾਡੀ ਜਨਰਲ ਬਾਡੀ ਦੀ, ਜਿਹਦੇ ਵਿੱਚ ਸਾਰਾ ਹੀ ਸੰਯੁਕਤ ਮੋਰਚਾ ਇਕੱਠਾ ਸੀ ਐਸਕੇਐਮ, ਔਰ ਉਹਦੇ ਵਿੱਚ ਜਿਹੜੇ ਫੈਸਲੇ ਲਏ ਗਏ ਆ। ਸੋ ਫੈਸਲੇ ਜਿਹੜਾ ਉਹ ਫੈਸਲਾ ਹੋ ਜਾਵੇ ਉਹ ਸਾਰੇ ਆਗੂ ਨੂੰ ਮੰਨਣਾ ਪੈਂਦਾ, ਕੋਈ ਆਗੂ ਹੋਵੇ ਜੀ। ਸੋ ਇਸ ਕਰਕੇ ਉਹ ਜਿਹੜਾ ਫੈਸਲਾ ਲਿਆ ਗਿਆ ਜੋਗਿੰਦਰ ਯਾਦਵ ਲਈ, ਉਹ ਸੰਯੁਕਤ ਮੋਰਚੇ 'ਚ ਲਿਆ ਗਿਆ, ਉਹ ਸਾਰਿਆਂ ਨੂੰ ਮੰਨਣਾ ਪਊਗਾ। ਉਹਨੂੰ ਵੀ ਜੋਗਿੰਦਰ ਯਾਦਵ ਉਹਨਾਂ ਨੂੰ ਵੀ ਮੰਨਣਾ ਪਏਗਾ। ਬਿਲਕੁਲ, ਉਹ ਤਾਂ ਸਵਾਗਤ ਕਰ ਰਹੇ ਨੇ ਰਾਏ ਸਾਹਿਬ। ਉਹਨਾਂ ਦਾ ਤਾਂ ਕਹਿਣਾ ਹੈ ਕਿ ਠੀਕ ਹੈ, ਚਲੋ ਫੈਸਲਾ ਕੀਤਾ, ਮੈਂ ਸਵਾਗਤ ਕਰਦਾ ਹਾਂ, ਮੰਨਾਂਗਾ ਵੀ। ਪਰ ਤੁਹਾਡੀ ਜੇਕਰ ਨਿੱਜੀ ਰਾਏ ਦੀ ਗੱਲ ਕੀਤੀ ਜਾਵੇ, ਤੁਹਾਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਦੇ ਘਰ ਗਏ ਨੇ ਤਾਂ ਕੁਝ ਗਲਤ ਕੀਤਾ ਗਿਆ ਉਹਨਾਂ ਦੇ ਵੱਲੋਂ? ਕਿਉਂਕਿ ਉਹਨਾਂ ਦਾ ਕਹਿਣਾ ਕਿ ਮੈਂ ਅਜੇ ਵੀ ਆਪਣੇ ਫੈਸਲੇ ਤੇ ਕਾਇਮ ਹਾਂ ਔਰ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ। ਦੇਖੋ, ਗੱਲ ਇਹ ਹੈ ਕਿ ਉਹ ਠੀਕ ਉਹਨਾਂ ਦੀ ਆਪਣੀ ਭਾਵਨਾ ਹੋ ਸਕਦੀ ਹੈ, ਪਰ ਸਾਡੇ ਜਿਹੜੇ ਕਿਸਾਨ ਨੇ, ਕਿਸਾਨਾਂ ਨੂੰ ਜਿਹੜੇ ਕੁਚਲਣ ਵਾਲੇ ਗੁੰਡੇ ਨੇ, ਅਸੀਂ ਉਹਨਾਂ ਨੂੰ ਗੁੰਡੇ ਕਵਾਂਗੇ, ਉਹ ਕੁਚਲਣ ਵਾਲੇ ਗੁੰਡੇ ਨੇ, ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਅਫਸੋਸ ਕਰਨਾ ਇਹ ਤਾਂ ਵੱਡੀ ਘਾਤਕ ਗੱਲ ਹੈ। ਕਿਉਂਕਿ ਸਾਡੇ ਕਿਸਾਨਾਂ ਦੇ ਜਿਹੜੇ ਹਿਰਦੇ ਬਲੂੰਦੜੇ ਗਏ ਕਿ ਭਾਈ ਜਿਹੜੇ ਸਾਨੂੰ ਮਾਰਨ ਵਾਲੇ ਨੇ, ਕੁਚਲਣ ਵਾਲੇ ਨੇ, ਉਹਨਾਂ ਦੇ ਘਰ ਆਗੂ ਜਾਵੇ ਅਫਸੋਸ ਕਰਨ, ਔਰ ਸਾਰਿਆਂ ਦੇ ਜਿਨ੍ਹਾਂ ਦੀਆਂ ਸ਼ਹਾਦਤਾਂ ਉਹਨਾਂ ਸਾਰਿਆਂ ਦੇ ਘਰਾਂ 'ਚ ਜਾਵੇ ਨਾ, ਤੇ ਉਹ ਜਿਹੜੇ ਕੁਚਲਣ ਵਾਲੇ ਉਹਨਾਂ ਦੇ ਚਲਿਆ ਜਾਵੇ, ਤਾਂ ਫਿਰ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਸੀ ਉਹ ਵਿਰੋਧ ਪੈਦਾ ਹੁੰਦਾ ਸੀ। ਅਸੀਂ ਉਹ ਫੈਸਲਾ ਜਿਹੜਾ ਲੋਕਾਂ ਦਾ ਹੀ ਰਾਏ ਆਉਂਦੀ ਹੈ, ਵਿਰੋਧ ਆਉਂਦਾ, ਉਹਨੂੰ ਦੇਖ ਕੇ ਫੈਸਲਾ ਲਈਦਾ ਕਿ ਲੋਕਾਂ ਦੀ ਭਾਵਨਾ ਦੇ ਨਾਲ ਅੰਦੋਲਨ ਜੁੜਿਆ ਹੋਇਆ। ਅੰਦੋਲਨ ਕਿਸੇ ਦਾ ਇੱਕ ਦਾ ਨਹੀਂ ਹੈ।
ਇਹ ਜਨ ਅੰਦੋਲਨ ਹੈ ਤੇ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ ਔਰ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਸੋ ਪਰੇਸ਼ਾਨੀ ਹੈ ਕਿ ਇਹ ਮੁਲਾਕਾਤ ਕਿਉਂ ਹੋਈ ਜਦਕਿ ਦੂਸਰੇ ਕਿਸਾਨਾਂ ਦੇ ਨਾਲ ਹੋਣੀ ਚਾਹੀਦੀ ਸੀ, ਪਰਿਵਾਰ ਦੇ ਨਾਲ। ਬੇਨਤੀ ਹੈ ਜੁੜੇ ਰਹੋ ਰਾਏ ਸਾਹਿਬ, ਔਰ ਅਨਿਲ ਸਰੀਨ ਵੀ ਨੇ ਸਾਡੇ ਨਾਲ, ਬੀਜੇਪੀ ਆਗੂ, ਉਹਨਾਂ ਤੋਂ ਵੀ ਪੁੱਛ ਲੈਂਦੇ ਆ ਕਿ ਕੁਝ ਉਹਨਾਂ ਦੀ ਰਾਏ ਹੈਗੀ ਹੈ। ਸਰੀਨ ਸਾਹਿਬ, ਤੁਸੀਂ ਕੀ ਕਹੋਗੇ ਜੋ ਫੈਸਲਾ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਸਪੈਂਸ਼ਨ ਦਾ ਯੋਗਿੰਦਰ ਯਾਦਵ ਦੀ? ਮੈਂ ਸਮਝਣ ਤੋਂ ਹੈਰਾਨ ਆ ਕਿ ਇਹ ਸੰਯੁਕਤ ਮੋਰਚਾ ਕਰਦਾ ਕੀ ਹੈ। ਜਿਹੜੀ ਚੀਜ਼ ਇਹਨੂੰ ਸੂਟ ਕਰਦੀ ਹੈ, ਜਿਸ ਚੀਜ਼ ਨੂੰ ਇਹਨਾਂ ਦਾ ਮੰਤਵ ਪੂਰਾ ਕਰਦਾ ਹੈ, ਉਸ ਨੂੰ ਯੈਸ ਕਰ ਲੈਂਦੇ ਆ ਔਰ ਇਹਨਾਂ ਨੂੰ ਇਨਸਾਨੀ ਕਦਰਾਂ ਕੀਮਤਾਂ ਦੀ ਜਰਾ ਵੀ ਵੈਲਿਊ ਹੈ ਨਹੀਂ। ਮਨਜੀਤ ਜੀ ਨੇ ਬੜੇ ਸਿਆਣੇ ਨੇ, ਬੜੇ ਸੀਨੀਅਰ ਲੀਡਰ ਨੇ। ਮੈਨੂੰ ਇੱਕ ਚੀਜ਼ ਦੱਸੋ, ਮਰਨ ਵਾਲਾ ਕੋਈ ਵੀ ਹੋਵੇ ਜੀ, ਅਸੀਂ ਉਹਦੇ ਪ੍ਰਤੀ ਹਮਦਰਦੀ ਰੱਖਦੇ ਹਾਂ, ਉਹਦੇ ਪ੍ਰਤੀ ਅਫਸੋਸ ਜਤਾਉਂਦੇ ਹਾਂ। ਦੋ ਇਹ ਕਿਸਾਨ ਅੰਦੋਲਨ ਸੰਯੁਕਤ ਮੋਰਚੇ ਦਾ ਆਪਣਾ ਅੰਦਰੂਨੀ ਮਾਮਲਾ ਹੈ ਕਿ ਕਿਹਨੂੰ ਸਸਪੈਂਡ ਕਰਨ, ਕਿਹਨੂੰ ਰੱਖਣ, ਸਾਡਾ ਤੋਂ ਕੋਈ ਲੈਣਾ ਦੇਣਾ ਨਹੀਂਗਾ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਲੈ ਕੇ ਚੱਲੇ ਜੀ ਇਹ ਰਾਜਨੀਤਿਕ ਅੰਦੋਲਨ ਹੈਗਾ ਸਾਰਾ। ਔਰ ਇਹ ਜਿਵੇਂ ਵੀ ਆਪਣੇ ਡੈਮੋਕ੍ਰੈਟਿਕ ਰਾਈਟਸ ਦਾ ਇਸਤੇਮਾਲ ਕਰਨਾ ਚਾਹੁੰਦੇ ਕਰਨ, ਲੇਕਿਨ ਇਹ ਵੀ ਵਿਤਕਰਾ ਕਰਨ ਕਿ ਮਰਨ ਵਾਲਾ ਕੌਣ ਸੀਗਾ। ਇਹਦਾ ਮਤਲਬ ਮੌਬ ਲਿੰਚਿੰਗ ਨੂੰ ਜਿਹੜਾ ਹੈਗਾ ਵਾ ਠੀਕ ਸਮਝਦੇ ਨੇ। ਜੋ ਲਖੀਮਪੁਰ ਖੀਰੀ 'ਚ ਹੋਇਆ ਬਹੁਤ ਮੰਦਭਾਗਾ ਸੀਗਾ ਜੀ। ਔਰ ਮੈਂ ਤੇ ਇਹ ਕਹਿਣਾ ਕਿ 8 ਦੇ 8 ਜਿਹੜੇ ਉੱਥੇ ਵਿਚਾਰੇ ਜਿਹਨਾਂ ਦੀ ਜਾਨ ਗਈ ਹੈ, ਉਹਨਾਂ ਦੇ ਹਰ ਇੱਕ ਦੋਸ਼ੀ ਨੂੰ ਬਰਾਬਰ ਮੰਨਿਆ ਜਾਣਾ ਚਾਹੀਦਾ ਹੈ, ਹਰ ਇੱਕ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ। ਔਰ ਭਾਰਤੀ ਜਨਤਾ ਪਾਰਟੀ ਇਸ ਵਾਸਤੇ ਕਮਿਟਡ ਹੈ ਕਿ 8 ਦੇ 8 ਜਿਹੜੇ ਮਰੇ ਨੇ ਉਹਨਾਂ ਜਿਹੜਾ ਵੀ ਦੋਸ਼ੀ ਹੋਏਗਾ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏਗੀ ਔਰ ਉਹਦੇ ਵਾਸਤੇ ਸਰਕਾਰ ਪੂਰਾ ਯਤਨ ਕਰੇਗੀ। ਤਰਕ ਦੇ ਰਹੇ ਨੇ, ਲੇਕਿਨ ਮੌਤਾਂ 'ਚ ਫਰਕ ਨਹੀਂ ਕਰਨਾ ਚਾਹੀਦਾ। ਤਰਕ ਦੇ ਰਹੇ ਨੇ, ਜੇਕਰ ਆਪਾਂ ਇਸੇ ਖਾਸ ਮੁੱਦੇ ਤੇ ਗੱਲ ਕਰਦੇ ਰਾਏ ਸਾਹਿਬ ਤੁਹਾਡੇ ਕੋਲ ਆਉਣੇ ਆ, ਇੱਕ ਤਰਕ ਦੇ ਰਹੇ ਨੇ ਉਹ ਕਿ ਲੋਕਾਂ ਦੀ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ, ਜੇਕਰ ਉਹਨਾਂ ਨੂੰ ਨਾ ਇਸ ਤਰ੍ਹਾਂ ਦੇ ਨਾਲ ਅਸੀਂ ਸਸਪੈਂਡ ਕਰਦੇ ਤਾਂ ਫਿਰ ਗਲਤ ਹੋ ਜਾਂਦਾ, ਕਿਉਂਕਿ ਲੋਕ ਚਾਹੁੰਦੇ ਸੀਗੇ ਕਿ ਇਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉੱਥੇ ਹਾਲਾਤ ਨਜ਼ਰ ਆਏ ਔਰ ਇਹ ਵੀ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਹੀ ਉੱਥੇ ਦਰੜਿਆ ਗਿਆ ਸੀ, ਇਸ ਕਰਕੇ ਹੀ ਉਹਨਾਂ ਦੀ ਜਿਹੜੀ ਬਾਅਦ ਚ ਮੌਤ ਹੋਈ ਬੀਜੇਪੀ ਵਰਕਰ ਦੀ। ਸੋ ਇਹ ਵੀ ਚੀਜ਼ਾਂ ਸਾਰੀਆਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ। ਨਹੀਂ ਗੁਰਜੋਤ, ਮੈਨੂੰ ਇੱਕ ਚੀਜ਼ ਦੱਸੋ, ਆਪਾਂ ਮੌਬ ਲਿੰਚਿੰਗ ਨੂੰ ਜਿਹੜਾ ਹੈਗਾ ਵਾ ਇਹਨੂੰ ਜਸਟੀਫਾਈ ਕਰਦੇ ਆ? ਮੈਂ ਕਹਿ ਰਿਹਾ ਕਿ ਜੋ ਹੋਇਆ ਬਹੁਤ ਮੰਦਭਾਗਾ ਹੋਇਆ ਲਖੀਮਪੁਰ ਖੀਰੀ 'ਚ, ਲੇਕਿਨ ਉਹਦੇ ਬਾਅਦ ਜਿਹੜੀ ਮੌਬ ਲਿੰਚਿੰਗ ਹੋਈ ਕਿ ਉਹ ਜਸਟੀਫਾਈਡ ਕਰਦੇ ਨੇ। ਚਲੋ ਜਵਾਬ ਲੈ ਲਈਏ। ਮੈਂ ਕਹਿੰਦਾ ਮਰੇ ਕਿਸੇ ਦੀ ਵੀ ਡੈਥ ਹੋਈ ਹੈ, ਕਿਸੇ ਵੀ ਇਨਸਾਨ ਦੀ ਜਾਨ ਜਾਂਦੀ ਹੈ, ਸਾਡੀ ਸਾਰੇ ਉਹਦੇ ਪ੍ਰਤੀ ਸੰਵੇਦਨਾ ਵਿਅਕਤ ਕਰਦੇ ਹਾਂ, ਚਿੰਤਾ ਵਿਅਕਤ ਕਰਦੇ ਹਾਂ। ਮੈਂ ਜਵਾਬ ਹਾਂਜੀ ਰਾਏ ਸਾਹਿਬ, ਐਸਾ ਭੇਦਭਾਵ ਨਹੀਂ ਕਰਨਾ ਚਾਹੀਦਾ। ਸਰੀਨ ਸਾਹਿਬ ਜਵਾਬ ਲੈ ਲਈਏ, ਕੀ ਕਹਿੰਦੇ ਨੇ? ਸਰੀਨ ਸਾਹਿਬ ਤੁਸੀਂ ਇਦਾਂ ਕਰਿਆ ਕਰੋ ਵੀ ਬਾਰਡਰ ਤੇ ਜਿਹੜੇ ਫੌਜੀ ਸਾਡੇ ਲੋਕਾਂ ਨੂੰ ਮਾਰਦੇ ਉਹਨਾਂ ਦੇ ਜਾ ਕੇ ਸਵਾਗਤ ਕਰੋ, ਉਹਨਾਂ ਦਾ ਜਾ ਕੇ ਉਹਨਾਂ ਦਾ ਸਤਿਕਾਰ ਕਰੋ, ਉਹਨਾਂ ਦੇ ਗਲੇ 'ਚ ਹਾਰ ਪਾਓ ਨਾ। ਤੁਸੀਂ ਬੀਜੇਪੀ ਵਾਲੇ ਇਹੀ ਕਰੋਗੇ ਨਾ। ਤੁਸੀਂ ਜਿਹੜੇ ਲੋਕਾਂ ਨੂੰ ਮਾਰਨ, ਜਿਹੜੇ ਦੇਸ਼ ਲਈ ਖਤਰਾ ਹੋਣ, ਲੋਕ ਗੱਡੀਆਂ ਥੱਲੇ ਕੁਚਲ ਦੇਣ ਦਰਦਨਾਕ ਤਰੀਕੇ ਦੇ ਨਾਲ, ਔਰ ਉਹਨਾਂ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਹਾਰ ਪਾਈਏ, ਜਾ ਕੇ ਉਹਨਾਂ ਨੂੰ ਜਾ ਕੇ ਮਿਲੀਏ। ਉਹ ਜਿਹੜਾ ਅਜੇ ਮਿਸ਼ਰਾ ਜਿਹੜਾ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ, ਮੇਰਾ ਇਤਿਹਾਸ ਕੀ ਹੈ, ਉਹ ਲੋਕਾਂ ਨੂੰ ਕੁਚਲ ਦੇਵੇ ਤਾਂ ਫਿਰ ਜਾ ਕੇ ਉਹਦੀਆਂ ਖਬਰਾਂ ਲਈਏ। ਤੁਸੀਂ ਤਾਂ ਕੱਲ ਕਹੋਗੇ ਅਜੇ ਮਿਸ਼ਰੇ ਦੇ ਵੀ ਘਰ ਜਾਓ, ਜਿਹੜਾ ਲੋਕਾਂ ਨੂੰ ਮਰਵਾਉਂਦਾ ਹੈ, ਜਿਹੜਾ ਕਹਿੰਦਾ ਕੁਚਲੋ ਲੋਕਾਂ ਨੂੰ। ਸੋ ਇਹ ਤੁਹਾਡੀ ਜਿਹੜੀ ਬੀਜੇਪੀ ਦੀ ਇਹ ਹੋ ਸਕਦੀ ਪਾਲਿਸੀ, ਪਰ ਸਾਡੀ ਜਿਹੜੇ ਭਾਰਤ ਦੇ ਲੋਕ ਹੈ, ਅਸੀਂ ਦੁਸ਼ਮਣ ਨੂੰ ਕਦੇ ਨਹੀਂ ਬਖਸ਼ਦੇ। ਅਸੀਂ ਜਿਹੜਾ ਦੁਸ਼ਮਣ ਸਾਡੇ ਲੋਕਾਂ ਨੂੰ ਕੁਚਲੂਗਾ ਉਹ ਕੇਵਲ ਮੈਂ ਕਰਨਾ ਜਸਟੀਫਾਈ ਜੀ, ਮੈਂ ਇੱਥੇ ਬਹਿ ਕੇ ਚੈਨਲ ਤੇ ਜਸਟੀਫਾਈ ਕਰਦਾ। ਜਿਹੜੇ ਲੋਕ ਮਾਰਨ ਆਉਂਦੇ ਨੇ, ਇਹ ਸਾਡਾ ਲਾਅ ਵੀ ਕਹਿੰਦਾ ਸੈਲਫ ਡਿਫੈਂਸ ਦੇ ਵਿੱਚ ਉਹ ਜੇਕਰ ਮਰ ਜਾਂਦਾ ਬੰਦਾ ਜਿਹੜਾ ਮਾਰਨ ਆਉਂਦਾ ਗੁੰਡਾ, ਤੇ ਉਹਨੂੰ ਕਤਲ ਨਹੀਂ ਮੰਨਿਆ ਜਾਂਦਾ। ਇਹ ਸੈਲਫ ਡਿਫੈਂਸ ਦੇ ਵਿੱਚ ਹੋਇਆ ਜੋ ਕੁਛ ਹੋਇਆ, ਉਹ ਨਹੀਂ ਤਾਂ ਹੋਰ ਕੁਚਲਨੇ ਸੀ ਜੇ ਉਹ ਗੱਡੀ ਨਾ ਰੁਕਦੀ। ਉਹ ਨਹੀਂ ਪਤਾ ਨਹੀਂ ਕਿੰਨੇ ਕੁ ਲੋਕ ਸਾਡੇ ਮਾਰਨੇ ਸੀ। ਤੁਸੀਂ ਉਹਨਾਂ ਦੀ ਵਕਾਲਤ ਕਰਦੇ ਹੋ। ਉਹ ਤਾਂ ਗੁੰਡੇ ਸਨ, ਗੁੰਡੇ ਬੀਜੇਪੀ ਦੇ ਗੁੰਡੇ ਜਿਹੜੇ ਲੋਕਾਂ ਨੂੰ ਮਾਰਨ ਆਏ ਸਨ। ਉਹਨਾਂ ਦੇ ਘਰਾਂ 'ਚ ਜਾਣਾ, ਉਹਨਾਂ ਦੇ ਘਰਾਂ 'ਚ ਜਾਣਾ, ਉਹਨਾਂ ਦੇ ਘਰਾਂ 'ਚ ਜਾਣਾ। ਸਰੀਨ ਸਾਹਿਬ ਸਿਆਣੇ ਹੋ ਤੁਸੀਂ ਬਹੁਤ, ਮੇਰੀ ਸੁਣ ਲਿਓ ਗੱਲ। ਉਹਨਾਂ ਦੇ ਘਰਾਂ 'ਚ ਜਾਣਾ, ਜਵਾਬ ਦੇਣਾ ਚਾਹਣਾ ਇਹਨਾਂ ਨੂੰ, ਨਾਲੋਂ ਨਾਲ ਜਵਾਬ ਲੈ ਲਈਏ ਨਾ ਰਾਏ ਸਾਹਿਬ। ਜਿਹੜਾ ਸਾਡਾ ਆਗੂ ਕਿਸਾਨ ਸਮਾਂ ਬੜਾ ਸੀਮਤ ਹੁੰਦਾ ਹੈ, ਇਸ ਤੋਂ ਪਹਿਲਾਂ ਖਤਮ ਹੋ ਜਾਵੇ ਉਹਨਾਂ ਦੇ, ਤੇ ਉਹਨੂੰ ਫਿਰ ਉਹ ਤਾਂ ਦੇਖੋ ਇਹ ਸੰਯੁਕਤ ਮੋਰਚੇ ਦਾ ਫੈਸਲਾ ਮੰਨਣਾ ਪਊ ਜੀ। ਠੀਕ ਹੈ। ਹਾਂਜੀ ਸਰੀਨ ਸਾਹਿਬ। ਮਨਜੀਤ ਜੀ, ਮੈਂ ਇੱਕ ਵਾਰੀ ਫੇਰ ਸਪਸ਼ਟ ਕਰਦੇ ਹਾਂ, ਤੁਸੀਂ ਕਿਹਨੂੰ ਕੱਢਦੇ ਹੋ ਕਿਹਨੂੰ ਰੱਖਦੇ ਹੋ ਤੁਹਾਡਾ ਮਾਮਲਾ ਹੈ, ਸਾਡੇ ਇਹਦਾ ਕੋਈ ਲੈਣਾ ਦੇਣਾ ਨਹੀਂਗਾ। ਇਹ ਗੱਲ ਬੜੀ ਕਲੀਅਰ ਕਰਦੇ ਹਾਂ। ਦੂਜੀ ਗੱਲ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਕਿ ਦੇਸ਼ ਦੇ ਪ੍ਰਤੀ ਜਿਹੜਾ ਵੀ ਕੋਈ ਗਲਤ ਕਰਦਾ ਹੈਗਾ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਜ਼ਾ ਦੇਣੀ ਚਾਹੀਦੀ ਹੈ। ਕਿ ਜਦੋਂ 26 ਜਨਵਰੀ ਦਾ ਕਾਂਡ ਹੋਇਆ ਤੁਸੀਂ ਉਹਨਾਂ ਦੀ ਕਿਉਂ ਪੈਰਵੀ ਕੀਤੀ ਜਿਨ੍ਹਾਂ ਨੇ ਤਸ਼ੱਦਦ ਕੀਤੀ ਸੀਗੀ?
ਕੀ 26 ਕਿਉਂ ਪੈਰਵੀ ਕੀਤੀ? ਕਿਉਂ ਵਿੱਚ ਵਕੀਲ ਲਾਏ? ਕਿਉਂ ਤੁਸੀਂ ਅਫਸੋਸ ਜਿਤਾਇਆ? ਉਹ ਤੁਹਾਡਾ ਜਸਟੀਫਾਈਡ ਹੋ ਗਿਆ। ਤੁਸੀਂ ਜੋ ਕਰੋ ਜਸਟੀਫਾਈਡ ਹੈਗਾ। ਮੈਨੂੰ ਇਹ ਦੱਸੋ ਕਿਹੜੇ ਕਤਲ ਨੀਗਾ? ਮੈਂ ਇਹ ਕਹਿੰਦਾ 26 ਜਨਵਰੀ ਜੋ ਕਾਂਡ ਹੋਇਆ ਦੇਸ਼ ਦੇ ਨਾਲ ਉਹਦੇ ਤੁਸੀਂ ਕਿਉਂ ਉਹਨਾਂ ਲੋਕਾਂ ਨੂੰ ਬਚਾਓ ਤੁਸੀਂ ਜਾ ਰਹੇ ਹੋ? ਉਹ ਕਿਉਂ ਤੁਹਾਡੇ ਮੰਚੇ ਜਾਂਦੇ ਨੇ? ਮੈਨੂੰ ਕਲੀਅਰ ਕਰੋ। ਨਹੀਂ ਦੇਸ਼ ਦੇ ਨਾਲ ਇੱਕ ਮਿੰਟ ਮਨਜੀਤ ਦੀ ਗੱਲ ਸੁਣ ਲਓ ਫਿਰ ਜਵਾਬ ਦੇ ਦਿਓ। ਤੁਸੀਂ ਮਨਜੀਤ ਮੇਰੀ ਗੱਲ ਸੁਣ ਲਓ ਫਿਰ ਜਵਾਬ ਦੇ ਦਿਓ। ਮਨਜੀਤ ਜੀ ਮੇਰੀ ਗੱਲ ਸੁਣ ਲਓ ਫਿਰ ਜਵਾਬ ਦੇ ਦਿਓ। ਤੁਸੀਂ ਗਲਤ ਬੀਜੇਪੀ ਵਾਲੇ ਦਿੰਦੇ ਹੋ ਜੀ। ਨਹੀਂ ਬਿਲਕੁਲ ਮਨਜੀਤ ਜੀ ਤੁਸੀਂ ਝੂਠ ਨਹੀਂ ਬੋਲ ਰਹੇ। ਮੈਂ ਕਹਿੰਦਾ ਸੱਚ ਨਹੀਂ ਬੋਲ ਰਹੇ। ਤੁਸੀਂ ਆਪਣੀਆਂ ਅੱਖਾਂ ਨਾਲ ਵੀਡੀਓਜ਼ ਦੇਖ ਲਵੋ। ਤਿਰੰਗੇ ਨੂੰ ਥੱਲੇ ਸਿੱਟਿਆ ਗਿਆ। ਤੁਸੀਂ ਕਿਹੜੀ ਗੱਲਾਂ ਕਰਦੇ ਹੋ? ਉਹ ਤੁਹਾਡੇ ਪੁਲਿਸ ਦੇ ਮੁਲਾਜ਼ਮਾਂ ਨੇ ਸਿੱਟਿਆ ਜੀ। ਸਾਡੇ ਨੌਜਵਾਨ ਕਿਸੇ ਨੇ ਥੱਲੇ ਸਿੱਟਿਆ। ਇੱਕ ਮਿੰਟ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਸੁਣੋ ਮੇਰੀ ਗੱਲ ਨੂੰ। ਮਨਜੀਤ ਸਿੰਘ ਜੀ ਗੱਲ ਸੁਣੋ। ਸੱਚ ਨੂੰ ਸੈੱਟ ਕਰਨ ਦਾ ਹੌਸਲਾ ਰੱਖੋ। ਮਨਜੀਤ ਸਿੰਘ ਜੀ ਹੌਸਲਾ ਰੱਖੋ ਸੱਚ ਨੂੰ ਸੈੱਟ ਕਰਨ ਦਾ। ਸੱਚ ਨੂੰ ਵੀ ਸੈੱਟ ਕਰਨ ਦਾ ਹੌਸਲਾ ਰੱਖੋ। ਏਰੀਆ ਕਿ ਜੋ ਝੂਠ ਬੋਲੀ ਹੋਗਾ ਸੱਚ ਹੋ ਜਾਊਗਾ। ਫਿਰ ਕੋ ਪ੍ਰਾਚੀਨ ਪਾਰਟੀ ਤੁਹਾਡੀ ਤੁਸੀਂ 26 ਜਨਵਰੀ ਜੋ ਕੁਝ ਕੀਤਾ ਕਿਹੜਾ ਸਹੀ ਉਹਨੂੰ ਕਹੇਗਾ? ਤੁਸੀਂ ਝੂਠ ਤੋਂ ਝੂਠ ਬੋਲੀ ਜਾਂਦੇ ਹੋ। ਬਿਲਕੁਲ ਨਹੀਂ। ਤੁਸੀਂ ਝੂਠ ਬੋਲਣਾ ਤੱਕਿਓ ਤੁਹਾਡੀ ਸਿੱਖਿਆ। ਬਿਲਕੁਲ ਮਨਜੀਤ ਜੀ ਤੁਸੀਂ ਦੇਖੋ ਮਨਜੀਤ ਜੀ ਮੈਂ ਤੁਹਾਡਾ ਬੜਾ ਸਤਿਕਾਰ ਕਰਦਾ ਲੇਕਿਨ ਦੇਸ਼ ਨੂੰ ਗੁੰਮਰਾਹ ਕਰਨਾ ਬੰਦ ਕਰੋ। ਝੂਠ ਦੇ ਆਸਰੇ ਰਾਜਨੀਤੀ ਨਹੀਂ ਚੱਲਦੀ। ਤੁਸੀਂ ਆਪਣੇ ਰਾਜਨੀਤਿਕ ਮੰਤਵ ਕਰਨੇ ਕਰੋ। ਸਾਨੂੰ ਕੋਈ ਪਰੇਸ਼ਾਨੀ ਨਹੀਂ। ਸਾਰਾ ਅੰਦੋਲਨ ਰਾਜਨੀਤੀ ਨਾਲ ਪ੍ਰੇਰਿਤ ਹੈ। ਨਹੀਂ ਕੀ ਕਰਕੇ ਰਾਜਨੀਤਿਕ ਮੁੱਦਾ ਨਹੀਂ ਜਿਹੜਾ ਸਰਿਨ ਸਾਹਿਬ ਤੁਸੀਂ ਧਰਮ ਦੇ ਨਾਂ ਤੇ ਜਾਤ ਦੇ ਤੁਹਾਡਾ ਸਵਾਲ ਹੈ 26 ਜਨਵਰੀ ਹਿੰਦੂਆਂ ਦੇ ਧਰਮਾਂ ਦੇ ਤੁਸੀਂ ਕਰੋ। ਹਿੰਦੂਆਂ ਦੇ ਧਰਮਾਂ ਦੇ ਕਾਲੇ ਦਿਵਸ ਤੁਸੀਂ ਮਨਾਓ। ਹਿੰਦੂਆਂ ਦੇ ਧਰਮਾਂ ਦੇ ਪੁਤਲੇ ਤੁਸੀਂ ਜਲਾਓ। ਤੁਸੀਂ ਧਰਮ ਦੀ ਗੱਲ ਕਰਦੇ ਹੋ? ਤੁਸੀਂ ਕਿੰਨੇ ਧਰਮੀ ਹੈਗੇ ਹੋ? ਧਰਮਾਂ ਦਾ ਸਾਰਿਆਂ ਦਾ ਨਾਲ ਆਦਰ ਕਰਨਾ ਚਾਹੀਦਾ। ਸਾਰੇ ਧਰਮ ਆਦਰਨੀय ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਤੁਸੀਂ ਹਿੰਦੂ ਦੇ ਧਰਮਾਂ ਦੇ ਉੱਤੇ ਕਾਲੇ ਦਿਵਸ ਮਨਾਓ। ਕਾਲੀ ਦੀਵਾਲੀ ਮਨਾਓ। ਸਾਰਾ ਦੁਸ਼ਹਿਰਾ ਮਨਾਓ। ਪੁਤਲੇ ਫੂਕੋ। ਰੱਖੜੀ ਵਾਲੇ ਦਿਨ ਰਸਤੇ ਬਲੌਕ ਕਰੋ। ਰੱਖੜੀ ਨਾ ਬਣ ਸਕਣ। ਇਦਾਂ ਨਹੀਂ ਸਮਝ ਆ ਰਿਹਾ। ਨਾ ਤਾਂ ਤੁਹਾਡੀ ਗੱਲ ਬਹੁਤ ਪਤਾ ਲੱਗ ਰਹੀ ਹੈ ਸਰਿਨ ਸਾਹਿਬ ਨਾ ਤਾਂ ਰਾਏ ਸਾਹਿਬ ਤੁਹਾਡੀ। ਦੇਖੋ ਦੋਵੇਂ ਸੀਨੀਅਰ ਆਗੂ ਹੋ ਤੁਸੀਂ। ਰਾਏ ਸਾਹਿਬ ਜਵਾਬ ਜਿਹੜਾ 26 ਜਨਵਰੀ ਨੂੰ ਲੈ ਕੇ ਸਰਿਨ ਸਾਹਿਬ ਸਵਾਲ ਪੁੱਛ ਰਹੇ ਨੇ। ਹਾਂਜੀ ਮੈਂ ਦੱਸਦਾ ਜੀ। ਹੁਣ ਧੀਰਜ ਨਾਲ ਸੁਣ ਲੈਣਾ। ਬੇਨਤੀ ਇਹ ਹੈ ਕਿ ਨੌਜਵਾਨ ਗੁੱਸੇ 'ਚ ਆਏ ਹੋਏ ਚਲੇ ਗਏ ਉੱਥੇ ਕਿਉਂਕਿ ਇਹਨਾਂ ਤੋਂ ਜਿਹੜਾ ਰੂਟ ਮੰਗਿਆ ਇਹਨਾਂ ਨੇ ਦਿੱਤਾ ਨਹੀਂ ਔਰ ਚਲੇ ਗਏ। ਜਾ ਕੇ ਉਹਨਾਂ ਨੇ ਇੱਕ ਸਾਈਡ ਤੇ ਕਿਉਂਕਿ ਤਿਰੰਗਾ ਜਿਹੜਾ ਸਾਡੇ ਦੇਸ਼ ਦੀ ਆਨ ਤੇ ਸ਼ਾਨ ਹੈ ਉਹ ਇੱਕ ਸਾਈਡ ਤੇ ਲੱਗਿਆ ਹੋਇਆ ਤਿਰੰਗਾ। ਉਧਰ ਗਏ ਵੀ ਨਹੀਂ। ਇੱਕ ਸਾਈਡ ਤੇ ਉਹਨਾਂ ਨੇ ਆਪਣਾ ਜਾ ਕੇ ਨਿਸ਼ਾਨ ਸਾਹਿਬ ਜਿਹੜਾ ਲਾਤਾ ਝੰਡਾ ਲਾਤਾ ਔਰ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਜਿਹਨੂੰ ਸਰੀਨ ਸਾਹਿਬ ਧੀਰੇ ਨਾਲ ਸੁਣ ਲੈਣ। ਉਸ ਤੋਂ ਬਾਅਦ ਇਹਨਾਂ ਨੇ ਹਾਈਲਾਈਟ ਗੱਲ ਕਰਤੀ ਵੀ ਜੀ ਤਿਰੰਗੇ ਦਾ ਅਪਮਾਨ ਹੋ ਗਿਆ ਤਿਰੰਗੇ ਦਾ ਅਪਮਾਨ ਹੋ ਗਿਆ। ਔਰ ਮੈਂ ਕਹਿੰਦਾ ਮੈਂ ਅੱਜ ਬੇਸ਼ੱਕ ਮਤਭੇਦਾਂ 'ਚ ਅਸੀਂ ਖਿਲਾਫ ਰਹੇ ਹੁਣ ਤੱਕ ਸ਼ਿਵ ਸੈਨਾ ਦੇ ਪਰ ਮੈਂ ਉਹਨਾਂ ਦੀ ਵਡਿਆਈ ਕਰਦਾ ਇਸ ਗੱਲ 'ਚ ਅੱਜ ਇੱਥੇ ਬਹਿ ਕੇ ਚੈਨਲ ਤੇ। ਜਿਹੜੇ ਉਹਦੇ ਠਾਕਰੇ ਜੀ ਨੇ ਉਹਨਾਂ ਨੇ ਮੌਕਾ ਸੰਭਾਲਿਆ ਦੇਸ਼ 'ਚ ਕੋਈ ਏਦਾਂ ਦੀ ਫਿਰਕੂ ਪ੍ਰਸਤ ਦੇ ਨਾਂ ਤੇ ਕੋਈ ਦੰਗੇ ਨਾ ਹੋ ਜਾਣੇ। ਦੰਗਾ ਕਰਾਉਣਾ ਚਾਹੁੰਦੇ ਸੀ ਬੀਜੇਪੀ ਵਾਲੇ। ਉਹਨਾਂ ਨੇ ਬਿਆਨ ਦੇਤਾ ਨਾਲ ਹੀ ਵੀ ਕहीं ਤਿਰੰਗੇ ਦਾ ਅਪਮਾਨ ਨਹੀਂ ਹੁਆ। ਜਿਹੜਾ ਉਹਨਾਂ ਦਾ ਬਿਆਨ ਆਇਆ ਉਹਨੇ ਸਾਡੇ ਹਿੰਦੂ ਭਾਈਚਾਰੇ ਦੇ ਮਨਾਂ 'ਚ ਠੰਡ ਪਾਤੀ। ਨਹੀਂ ਤਾਂ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਉਸ ਦਿਨ 26 ਜਨਵਰੀ ਨੂੰ ਕਿ ਹਿੰਦੂ ਭਾਈਚਾਰੇ ਨੂੰ ਦੇਸ਼ ਦੇ ਲੋਕਾਂ ਨੂੰ ਇਹਨਾਂ ਨੂੰ ਗੱਦਾਰ ਸਾਬਤ ਕਰਕੇ ਜਿਹੜੀ ਸਿੱਖ ਕੌਮ ਹੈ ਵੀ ਇਹ ਤਾਂ ਦੇਸ਼ ਦੇ ਜੀ ਗੱਦਾਰ ਨੇ ਤਾਂ ਅੱਤਵਾਦੀ ਨੇ ਇਹ ਤਾਂ ਤਿਰੰਗਾ ਦਾ ਅਪਮਾਨ ਕਰਤਾ ਇਹਨਾਂ ਨੇ। ਇਹ ਤਾਂ ਲੋਕ ਕੁਝ ਵੀ ਕਰ ਸਕਦੇ ਜਿਹੜੇ ਦੇਸ਼ ਦੇ 40 ਨੌਜਵਾਨਾਂ ਨੂੰ ਸ਼ਹੀਦ ਕਰਾ ਸਕਦੇ ਨੇ। ਕੀ ਨਹੀਂ ਕਰ ਸਕਦੇ ਇਹ ਲੋਕ। ਇਹ ਸੱਤਾ ਹਾਸਲ ਕਰਨ ਲਈ ਪਤਾ ਨਹੀਂ ਕਿੰਨਾ ਕਰ ਜਾਣਗੇ। ਜਵਾਬ ਦੇਣਾ ਤੁਹਾਡੀ ਗੱਲ ਨਹੀਂ ਮੈਂ ਆਉਣੀ ਅਸਰੀਨ ਸਵਾਲ ਇੱਥੇ ਹੈ ਇਲਜ਼ਾਮ ਇਹਨੇ ਸੰਯੁਕਤ ਕਿਸਾਨ ਮੋਰਚੇ ਤੇ ਕਿ ਸਭ ਨੂੰ ਇੱਕ ਨਜ਼ਰ ਦੇ ਨਾਲ ਨਹੀਂ ਵੇਖਿਆ ਜਾ ਰਿਹਾ। ਜੇਕਰ ਅੱਜ ਦੇ ਇਸ ਮਸਲੇ ਦੀ ਗੱਲ ਕਰੀਏ ਯਾਦਵ ਹੋਰਾਂ ਦੇ ਤੇ ਅੱਜ ਦੇ ਇਸ ਮਸਲੇ ਹਾਂਜੀ ਗੁਰਜੋਤ ਮੈਂ ਜਵਾਬ ਦੇਣਾ ਚਾਹਾਂਗਾ। ਇੱਕ ਜਵਾਬ ਲੈ ਲਈਏ ਰਾਏ ਸਾਹਿਬ ਉਹ ਤੋਂ ਬਾਅਦ ਸਰੀਨ ਸਾਹਿਬ ਤੁਹਾਡੇ ਕੋਲ ਆਵਾਂਗੇ। ਛੋਟੇ ਸ਼ਬਦਾਂ 'ਚ ਜਵਾਬ ਰਾਏ ਸਾਹਿਬ ਜੀ। ਹਾਂਜੀ ਕਾਹਦਾ ਜੀ। ਸੰਯੁਕਤ ਕਿਸਾਨ ਮੋਰਚੇ ਤੇ ਇਲਜ਼ਾਮ ਇਹ ਲੱਗ ਰਹੇ ਨੇ ਜੋ ਚਰਚਾ ਦੇ ਵਿੱਚੋਂ ਨਿਕਲਿਆ ਨਜ਼ਰ ਆ ਰਿਹਾ ਹੈ ਕਿ ਇੱਕ ਨਜ਼ਰ ਦੇ ਨਾਲ ਸਭ ਨੂੰ ਨਹੀਂ ਵੇਖਿਆ ਜਾ ਰਿਹਾ ਜੇਕਰ ਯੋਗੇਂਦਰ ਯਾਦਵ ਨੇ ਮੁਲਾਕਾਤ ਕੀਤੀ ਵੀ ਹੈ। ਨਹੀਂ ਮੈਂ ਇੱਕ ਬੇਨਤੀ ਕਰਾਂ ਜੀ ਅਸੀਂ ਇੱਕ ਨਜ਼ਰ ਨਾਲ ਬਿਲਕੁਲ ਨਹੀਂ ਕਿਉਂ ਇੱਕ ਨਜ਼ਰ ਨਾਲ ਤਦ ਵੇਖੀਏ ਦੇਸ਼ ਦੇ ਵਿੱਚ ਜਿਹੜੇ ਲੋਕਾਂ ਨੂੰ ਕੁਚਲਣ ਗੱਡੀਆਂ ਦੇ ਨੀਚੇ ਤੁਸੀਂ ਇਹ ਸ਼ਬਦ ਨੂੰ ਛੋਟਾ ਮੰਨਦੇ ਹੋ ਜੀ। ਇਹ ਛੋਟੀ ਜਿਹੀ ਗੱਲ ਹੈ ਕਿ ਲੋਕਾਂ ਨੂੰ ਗੱਡੀਆਂ ਦੇ ਥੱਲੇ ਕੁਚਲ ਕੇ ਮਾਰ ਦੇਣਾ। ਇਹ ਤਾਂ ਕਦੇ ਅੱਜ ਤੱਕ ਹੋਇਆ ਹੀ ਨਹੀਂ। ਇਹ ਕਿੱਦਾਂ ਦੀ ਸਰਕਾਰ ਆ ਗਈ ਭਾਰਤ ਦੇ ਵਿੱਚ ਔਰ ਉਹਨਾਂ ਲੋਕਾਂ ਨੂੰ ਬਖਸ਼ ਦਿੱਤਾ ਜਾਵੇ। ਤੁਹਾਡਾ ਤਰਕ ਆ ਗਿਆ ਰਾਏ ਸਾਹਿਬ ਤਰਕ ਆ ਗਿਆ ਤੁਹਾਡਾ ਦੇਖ ਹੀ ਨਹੀਂ ਸਕਦੇ। ਠੀਕ ਹੈ ਹਾਂਜੀ ਸਰੀਨ ਸਾਹਿਬ। ਪਹਿਲਾਂ ਤੇ ਮੇਰਾ ਸਖਤ ਇਤਰਾਜ਼ ਜਿਹੜਾ ਮਨਜੀਤ ਸਿੰਘ ਜੀ 26 ਜਨਵਰੀ ਨੂੰ ਸਿੱਖਾਂ ਦੇ ਨਾਲ ਜੋੜਦੇ ਨੇ। ਮੈਂ ਕਹਿੰਦਾ ਇਸ ਤੋਂ ਵੱਡਾ ਸਿੱਖਾਂ ਦਾ ਗੱਦਾਰ ਕੋਈ ਨਹੀਂ ਹੋ ਸਕਦਾ ਜਿਹੜਾ 26 ਜਨਵਰੀ ਦੇ ਕਾਂਡ ਨੂੰ ਸਿੱਖ ਔਰ ਹਿੰਦੂ ਦੇ ਵਿੱਚ ਵੰਡੇ। ਤੁਸੀਂ ਬੰਦਿਆ ਜੀ ਤੁਹਾਡੀ ਮਨਜੀਤ ਜੀ ਤੁਸੀਂ ਤਿਰੰਗੇ ਦਾ ਮਨਜੀਤ ਜੀ ਤੁਸੀਂ ਆਪਣੀ ਗੱਲ ਛੱਡੋ। ਮਨਜੀਤ ਜੀ ਬੈਠੇ ਬੋਲੋ। ਮੈਂ ਤੁਹਾਡੇ ਵਿੱਚ ਨਹੀਂ ਬੋਲਿਆ।
ਤੁਸੀਂ ਗਦਾਰ ਕਿਹਨੂੰ ਕਹਿੰਦੇ ਹੋ? ਮੈਂ ਗਦਾਰ ਉਸ ਨੂੰ ਕਹਿੰਦਾ ਜਿਹੜੀ ਦੇਸ਼ ਦੀ ਅਸਮਤ ਨਾਲ ਲੜਦਾ, ਚਾਹੇ ਉਹ ਕੋਈ ਕਿਸੇ ਧਰਮ ਦਾ ਹੋਵੇ। ਤੁਸੀਂ ਇਸ ਗੱਲ ਨੂੰ ਹਿੰਦੂ ਸਿੱਖ ਦੇ ਵੰਡਣਾ ਚਾਹੁੰਦੇ ਹੋ। ਤੁਸੀਂ ਆਪਣੇ ਕਿੱਟ ਦੇਖੋ। ਇੱਕ ਮਿੰਟ ਮਨਜੀਤ, ਹੁਣ ਸੁਣਨਾ ਵੀ ਹੌਸਲਾ ਰੱਖੋ। ਮੈਂ ਤੁਹਾਡੀ ਸਾਰੀ ਗੱਲ ਸੁਣੀ, ਹੁਣ ਤੁਸੀਂ ਵੀ ਸੁਣਨ ਦਾ ਹੌਸਲਾ ਰੱਖੋ। ਜਵਾਬ ਲੈ ਲਈਏ। ਹਾਂਜੀ, ਮੈਨੂੰ ਇੱਕ ਚੀਜ਼ ਦੱਸੋ, ਕਿੱਥੇ ਕਿਹਾ ਗਿਆ ਕਿ ਹਿੰਦੂ ਔਰ ਸਿੱਖ ਦਾ ਅੰਦੋਲਨ ਸਿਰਫ ਸਿੱਖਾਂ ਦਾ ਅੰਦੋਲਨ ਹੈ? ਤੁਸੀਂ ਕਿਉਂ ਇਹਨੂੰ ਸਿੱਖਾਂ ਦਾ ਅੰਦੋਲਨ ਬਣਾਉਂਦੇ ਪਏ ਹੋ? ਇਹ ਕਿਸਾਨਾਂ ਦਾ ਅੰਦੋਲਨ ਹੈ, ਸਾਰੇ ਤਰ੍ਹਾਂ ਦੇ ਹੁੰਦੇ ਨੇ। ਤੁਸੀਂ ਸਿੱਖਾਂ ਦਾ ਅੰਦੋਲਨ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਨਾ ਹੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਇੱਕ ਬੇਨਤੀ ਕੀਤੀ ਜਾਵੇ ਤਾਂ ਇਹ ਤਾਂ ਬੜੀਆਂ ਕਹਿ ਸਕਦੇ ਆ ਕਿ ਪੁਰਾਣੀਆਂ ਗੱਲਾਂ ਹੋ ਗਈਆਂ। ਹੁਣ ਤਾਂ ਤੁਸੀਂ ਦੇਖੋ ਯੂਪੀ ਤਮਿਲਨਾਡੂ ਕਿੱਥੇ ਨਹੀਂ ਅੰਦੋਲਨ। ਹਾਂ ਠੀਕ ਹੈ, ਇੱਕ ਗੱਲ ਕਰ ਲਓ। ਗੁਰਜੋਤ ਤੇ ਵਿਚਾਰ ਬੋਲਣ ਪਲੀਜ਼, ਮੇਰੀ ਗੱਲ ਕਰ, ਮੇਰੀ ਗੱਲ ਪੂਰੀ ਕਰਨ ਦਿਓ। ਮੈਂ ਵਿੱਚ ਨਹੀਂ ਬੋਲਿਆ ਮਨਜੀਤ ਜੀ, ਤੁਸੀਂ ਮੇਰੇ ਬੜੇ ਸਤਿਕਾਰਿਤ ਵੀਰ ਹੋ। ਮੈਂ ਤੁਹਾਡੀ ਗੱਲ ਕਿਤੇ ਨਹੀਂ ਬੋਲਿਆ। ਮੈਨੂੰ ਆਪਣੀ ਗੱਲ ਰੱਖਣਾ, ਤੁਸੀਂ ਆਪਣੀ ਗੱਲ ਰੱਖਣੀ ਹੈ। ਮੇਰਾ ਸਖਤ ਇਤਰਾਜ਼ ਹੈ ਜਿਹੜਾ ਇਸ ਨੂੰ ਅੰਦੋਲਨ ਨੂੰ ਇੱਕ ਸਿੱਖ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਠੀਕ ਹੈ, ਕਿਸਾਨ ਦੇ ਵਿੱਚ ਨਾ ਕੋਈ ਸਿੱਖ ਹੈ ਨਾ ਕੋਈ ਹਿੰਦੂ ਹੈ, ਸਾਰੇ ਭੈਣ ਭਰਾ ਉੱਥੇ ਨੇ, ਸਾਰੇ ਪੰਜਾਬੀ ਨੇ, ਕੋਈ ਵੀ ਨੇ। ਅਸੀਂ ਕਿਸੇ ਨੂੰ ਜਾਤ ਔਰ ਪਾਤ ਦੇ ਵਿੱਚ ਨਹੀਂ ਵੰਡਦੇ। ਪਹਿਲੀ ਗੱਲ ਤੇ ਮਨਜੀਤ ਸਿੰਘ ਜੀ ਆਪਣੇ ਆਪ ਨੂੰ ਕਲੀਅਰ ਕਰ ਲਓ। 26 ਜਨਵਰੀ ਨੂੰ ਤਸ਼ੱਦਦ ਕਰਨ ਵਾਲਾ ਕੋਈ ਹੋਵੇ, ਕੋਈ ਨਾ ਸਿੱਖ ਕਹਿ ਸਕਦਾ ਨਾ ਉਹਨੂੰ ਕੋਈ ਹੋਰ ਕਿਸੇ ਧਰਮ ਦਾ ਕਹਿ ਸਕਦਾ। ਤੁਸੀਂ ਉਹ ਹਿੰਦੂ ਸਿੱਖ ਦੇ ਪਾੜੇ ਨਾ ਪਾਓ। ਤੁਸੀਂ ਹਿੰਦੂਆਂ ਦੇ ਧਰਮਾਂ ਦੇ ਉੱਤੇ ਕਾਲੇ ਦਿਵਸ ਮਨਾਏ, ਇਹ ਤੁਸੀਂ ਪਾੜੇ ਪਾਉਣ ਦੀ ਕੋਸ਼ਿਸ਼ ਕਰਦੇ ਪਏ ਹੋ। ਕਾਲੀ ਦੀਵਾਲੀ ਤੁਸੀਂ ਕਹੀ, ਰੱਖੜੀ ਨੂੰ ਤੁਸੀਂ ਰੋਕਿਆ। ਮੇਰੇ ਬਾਤ ਦੇ ਲਈ ਮਨਜੀਤ ਜੀ, ਬਾਤ ਦੇ ਲਈ ਜਵਾਬ ਮੈਂ ਤੁਹਾਡੇ ਜਵਾਬ ਮੈਂ ਉਸ ਨਹੀਂ ਕਹਿੰਦਾ। ਕਰੋ ਠੀਕ ਹੈ, ਰੱਖੜੀ ਵਾਲੇ ਦਿਨ ਤੁਸੀਂ ਬੰਦ ਕੀਤਾ। ਇਸ ਵਾਰੀ ਸ਼ਹਿਰਾਂ ਨੂੰ ਫੇਰ ਤੁਸੀਂ ਪੁਤਲੇ ਫੂਕਣ ਦਾ ਪ੍ਰੋਗਰਾਮ ਰੱਖਿਆ। ਮੇਰਾ ਕਹਿਣਾ ਇਹ ਹੈ ਕਿ ਆਪਾਂ ਸਾਰੇ ਭੈਣ ਭਰਾ ਇਕੱਠੇ ਰਹਿੰਦੇ ਆ। ਆਪਾਂ ਕਿਉਂ ਇਹ ਪਾੜੇ ਪਾਣੇ ਚਾਹੁੰਦੇ ਆ? ਕਿਉਂ ਹਿੰਦੂ ਸਿੱਖ ਦਾ ਫਸਾਦ ਕਰਾਉਣਾ ਚਾਹੁੰਦੇ ਆ? ਕਿਉਂ ਹਿੰਦੂ ਸਿੱਖ ਦੇ ਇਸ ਅੰਦੋਲਨ ਨੂੰ ਵੰਡਣਾ ਚਾਹੁੰਦੇ ਆ? ਮੈਂ ਤੇ ਕਹਿਣਾ ਇਹ ਸਾਡੇ ਸਾਰੇ ਭੈਣ ਭਰਾਵਾਂ ਦਾ ਇਕੱਠਾ ਜੇ ਕੋਈ ਹੈਗਾ, ਇਹ 'ਚ ਸਾਰੇ ਧਰਮਾਂ ਦੇ ਲੋਕ ਨੇ। ਤੁਸੀਂ ਹਰ ਗੱਲ ਤੇ ਸਿੱਖ ਨਾਲ ਜੋੜ ਲੈਂਦੇ ਹੋ। ਬੜਾ ਅਫਸੋਸ ਹੁੰਦਾ ਹੈ ਤੁਹਾਡੇ ਵਰਗੇ ਸਿਆਣੇ ਬੰਦੇ ਜੋ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ। ਠੀਕ ਹੈ, ਜਵਾਬ ਲੈ ਲਈਏ। ਬਾਕੀ ਚਿੰਤਾਵਾਂ ਵੀ ਹੁੰਦੀਆਂ ਨੇ। ਨਹੀਂ ਸਰੀਨ ਸਾਹਿਬ ਤੇ ਰਾਏ ਸਾਹਿਬ, ਵਾਕਈ ਕੜਵਾਹਟ ਜਿਹੜੀ ਨਜ਼ਰ ਆ ਰਹੀ ਹੈ ਨਾ ਇਸ ਵੇਲੇ, ਵੱਡੀ ਚਿੰਤਾ ਦਾ ਵਿਸ਼ਾ ਹੈ ਵਾਕਈ। ਨਹੀਂ ਜੀ, ਮੈਂ ਜੀ ਜਵਾਬ ਦੇਵਾਂਗਾ। ਜਿਹੜੀ ਗੱਲ ਸਰੀਨ ਸਾਹਿਬ ਨੇ ਕਹੀ ਹੈ ਕਿ ਇਹ ਧਰਮ ਹਿੰਦੂ ਧਰਮਾਂ ਤੇ, ਪਹਿਲਾਂ ਤਾਂ ਇਹਨਾਂ ਨੇ ਧਰਮਾਂ ਦੀ ਰਜਿਸਟਰੀ ਕਰਾਈ ਹੈ ਜਿਹੜੇ ਤਿਉਹਾਰਾਂ ਤੇ ਕਿਹਾ ਹਿੰਦੂ ਤਿਉਹਾਰਾਂ ਤੇ। ਮੈਂ ਇੱਕ ਬੇਨਤੀ ਕਰਾਂ, ਸਾਡੇ ਪੰਜਾਬ ਸਾਰੇ ਤਿਉਹਾਰ ਸਾਂਝੇ ਨੇ ਜੀ। ਸਾਡਾ ਦੁਸਹਿਰਾ ਵੀ ਸਾਂਝਾ, ਸਾਡੀ ਦੀਵਾਲੀ ਵੀ ਸਾਂਝੀ। ਇਹ ਲੋਕ ਇਹ ਵੰਡੀਆਂ ਪਾਉਂਦੇ ਨੇ। ਇਹ ਕਹਿੰਦੇ ਨੇ ਜਦੋਂ ਕੋਈ ਐਜੀਟੇਸ਼ਨ ਆਉਂਦੀ ਜੀ ਹਿੰਦੂ ਤਿਉਹਾਰਾਂ ਤੇ ਵੰਡੀਆਂ ਪਾਉਂਦੇ ਨੇ ਦੇਸ਼ ਦੇ ਵਿੱਚ। ਇਹ ਲੋਕ ਲੜਾਉਣਾ ਚਾਹੁੰਦੇ ਨੇ ਲੋਕਾਂ ਨੂੰ ਧਰਮ ਦੇ ਨਾਂ ਤੇ। ਇਹ ਉਹ ਤਿਉਹਾਰਾਂ ਦੇ ਕਿਉਂ ਕਰਦੇ ਹੋ? ਤਿਉਹਾਰਾਂ ਦੇ ਕਿਉਂ ਕਰਦੇ ਹੋ? ਕੋਈ ਹੋਰ ਦਿਨ ਨਹੀਂ ਕਰ ਸਕਦੇ ਆਪਾਂ। ਸਰੀਨ ਸਾਹਿਬ, ਮੈਂ ਹੁਣ ਤੁਹਾਡੇ 'ਚ ਬੋਲਿਆ ਨਹੀਂ, ਹੁਣ ਸੁਣ ਲਓ। ਧੀਰਜ ਰੱਖਿਆ ਕਰੋ ਤੁਸੀਂ ਵੀ, ਮੈਨੂੰ ਧੀਰਜ ਸਿਖਾਉਣੇ, ਆਪ ਹੀ ਸਿੱਖੋ। ਅੱਛਾ, ਇਹਨਾਂ ਨੇ ਇਹ ਕਹਿੰਦੇ ਨੇ ਨਾ ਤੇ ਤੁਸੀਂ ਇਹਨਾਂ ਦੇ RSS ਤੇ ਭੇਜੇ ਹੋਏ ਬੰਦਿਆਂ ਨੇ 26 ਜਨਵਰੀ ਨੂੰ ਗੁਰੂ ਘਰ ਸ਼ੀਸ਼ਗੰਜ ਦੇ ਅੱਗੇ ਉੱਥੇ ਸਿੱਟ ਕੇ ਥੱਲੇ ਨਿਸ਼ਾਨ ਸਾਹਿਬ ਪੈਰਾਂ ਦੇ ਵਿੱਚ ਉੱਥੇ ਨਾਅਰੇਬਾਜ਼ੀ ਕੀਤੀ ਕਿ ਦੇਸ਼ ਕੇ इन गद्दारों को गोली मारो सरदारों को। ਆ ਬੀਜੇਪੀ ਦਾ ਚਿਹਰਾ। ਆਹ ਕੁਛ ਨੇ, ਇਹ ਦੱਸਦੇ ਨਹੀਂ। ਇਹ ਬੜੇ ਸਖੇ ਬਣਦੇ ਨੇ ਅੱਜ ਚੈਨਲ ਤੇ ਬਹਿ ਕੇ। ਇਹ ਤਾਂ ਮੈਂ ਕਿਹਾ ਸੀ ਇਹ ਗੱਲ, ਇਹ ਲੋਕ ਉਹ ਨੇ ਜਿਹੜੇ ਦੇਸ਼ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਨੇ, ਜਿਹੜੇ ਲੋਕਾਂ ਨੂੰ ਵੰਡਣਾ ਚਾਹੁੰਦੇ ਨੇ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ। ਇਹ ਕਦੇ ਹਿੰਦੂ ਮੁਸਲਮਾਨ ਨੂੰ ਲੜਾਉਂਦੇ ਨੇ, ਹਿੰਦੂ ਸਿੱਖ ਨੂੰ ਲੜਾਉਂਦੇ ਨੇ। ਮੈਂ ਕਿਹਾ ਜੀ ਤਿਉਹਾਰ ਸਾਡੇ ਨੇ, ਦੀਵਾਲੀ ਸਾਡੀ, ਦੁਸਹਿਰਾ ਸਾਡਾ, ਰੱਖੜੀ ਸਾਡੀ। ਔਰ ਜੇਕਰ ਕੋਈ ਕਾਲ ਦਿੱਤੀ ਸੀ ਰੱਖੜੀ ਤੇ ਬਿਲਕੁਲ ਕੇਵਲ ਜਲੰਧਰ ਸੀ ਜੀ, ਪੂਰੇ ਭਾਰਤ 'ਚ ਨਹੀਂ ਸੀ। ਔਰ ਜਲੰਧਰ ਵੀ ਇੱਕ ਸਾਈਡ ਤੇ ਸਰਵਿਸ ਰੋਡ ਖਾਲੀ ਸੀ। ਇਹਨਾਂ ਨੇ ਪ੍ਰਚਾਰ ਬੜਾ ਕੀਤਾ, ਇਹ ਕਾਮਯਾਬ ਨਹੀਂ ਹੋ ਸਕੇ ਲੋਕਾਂ ਨੂੰ ਭੜਕਾਉਣ 'ਚ। ਬਈ ਜੀ ਰੱਖੜੀ ਦਾ ਤਿਉਹਾਰ ਹੈ, ਇਹਨਾਂ ਨੇ ਜੀ ਬੰਦ ਕਰਤਾ। ਜਦ ਕਈ ਸਰਵਿਸ ਰੋਡ ਤੋਂ ਸਾਰਿਆਂ ਨੂੰ ਆਪ ਨਗਾਰੇ ਸੀ ਖੜ ਕੇ। ਔਰ ਇਹ ਲੋਕ ਏਡੇ ਇੱਕ ਚਾਲਬਾਜ਼ ਨੇ, ਏਡੇ ਇੱਕ ਸ਼ੈਤਾਨ ਨੇ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਦੇ ਨੇ। ਕਿ ਦੇਖੋ ਜੀ ਦੁਸਹਿਰੇ ਤੇ ਕਾਲ ਦਿੱਤੀ, ਅਸੀਂ ਦੁਸਹਿਰੇ ਦੀ ਕਾਲ ਵੀ ਵਾਪਸ ਲੈ ਲਈ। ਅਸੀਂ ਕਿਹਾ ਅਸੀਂ ਹਾਊਸ ਵਿੱਚ ਹੀ ਪੱਕਣਾ। ਇਹ ਇਹਨਾਂ ਦੀ ਮਨਸ਼ਾ ਜਿਹਨਾਂ ਨੂੰ ਕਾਮਯਾਬ ਮਤਲਬ ਤੁਹਾਡਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਹਰ ਇੱਕ ਉਸ ਮੁੱਦੇ ਦਾ ਧਿਆਨ ਰੱਖ ਰਿਹਾ ਜਿਹਦੇ ਕਰਕੇ ਵੰਡੀਆਂ ਪੈ ਸਕਦੀਆਂ ਨੇ। ਇੱਕ ਚੀਜ਼ ਹੋਰ ਐਡ ਕਰੋ, ਜੇਕਰ ਸਾਰੇ ਤਿਉਹਾਰਾਂ ਤੇ ਕਾਲ ਹੁੰਦੀ ਹੈ, ਸਰੀਨ ਸਾਹਿਬ ਤੁਹਾਡੇ ਕੋਲ ਆ ਰਿਹਾ, ਜੇਕਰ ਸਾਰੇ ਤਿਉਹਾਰਾਂ ਤੇ ਕਾਲ ਹੁੰਦੀ ਤਾਂ ਲੋਹੜੀ ਦਾ ਤਿਉਹਾਰ ਵੀ ਉਹਦੇ ਵਿੱਚ ਹੈਗਾ, ਕਿਉਂਕਿ ਉੱਥੇ ਵੀ ਕਾਪੀਆਂ ਜਿਹੜੀਆਂ ਨੇ ਸਾੜੀਆਂ ਗਈਆਂ ਸੀ ਖੇਤੀ ਕਾਨੂੰਨਾਂ ਦੀ। ਆਖਿਰਲਾ ਜਵਾਬ ਦੇਵਾਂਗੇ ਸਰੀਨ ਸਾਹਿਬ, ਸਮਾਂ ਨਹੀਂ ਇਸ ਤੋਂ ਬਾਅਦ। ਹਾਂਜੀ ਗੁਰਜੋਤ, ਮੈਂ ਪੁੱਛਣਾ ਚਾਹਾਂਗਾ ਇਹਨਾਂ ਨੂੰ, ਆਪਾਂ ਮਨਜੀਤ ਜੀ ਤੁਸੀਂ ਬੜੇ ਸਿਆਣੇ ਹੋ, ਆਪਾਂ ਕਾਲ ਦੇਣੀ ਹੈ, ਕਿਸੇ ਦਿਨ ਵੀ ਕਾਲ ਦੇ ਸਕਦੇ ਆ। ਤੁਹਾਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਕਿਸੇ ਤਿਉਹਾਰਾਂ ਦੇ ਦਿਨ ਹੀ ਦੇਣੀ ਹੈ। ਦੁਸਹਿਰੇ ਦੀ ਬਦਲ ਕੇ ਹੁਣ ਮਨਜੀਤ ਜੀ ਬੋਲੋ। ਮਨਜੀਤ ਜੀ ਇੱਕ ਜਵਾਬ ਲੈ ਲਈਏ, ਸਮਾਂ ਬਹੁਤ ਸੀਮਤ ਹੈ। ਦੇਖੋ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ। ਮੇਰਾ ਸਵਾਲ ਇਹ ਹੈ ਕਿ ਸਿਰਫ ਤਿਉਹਾਰਾਂ ਦੇ ਦਿਨਾਂ ਤੇ ਹੀ ਕਾਲ ਕਿਉਂ? ਮੈਂ ਕਹਿੰਦਾ ਸਾਂਝੇ ਨੇ ਤਿਉਹਾਰ ਸਾਡੇ ਸਾਰਿਆਂ ਦੇ, ਤੁਸੀਂ ਸਿਰਫ ਤਿਉਹਾਰਾਂ ਨੂੰ ਟਾਰਗੇਟ ਕਿਉਂ ਕਰਦੇ ਹੋ? ਮੈਨੂੰ ਮੇਰਾ
ਤੁਹਾਨੂੰ ਸਵਾਲ ਇਹ ਹੈ ਕਿ ਸਿਰਫ ਤਿਉਹਾਰਾਂ ਨੂੰ ਟਾਰਗੇਟ ਕਿਉਂ ਕਰਦੇ ਹੋ? ਤੁਸੀਂ ਕਿਸੇ ਹੋਰ ਦਿਨ ਵੀ ਕਾਲ ਕਰ ਲਵੋ, ਤੁਹਾਨੂੰ ਕਿਸੇ ਲੋਕੇ ਤਾਂ ਨਹੀਂ ਚੌਥੇ ਦਿਨ ਕਾਲ ਦਿੰਦੇ ਹੀ ਹੋ, ਲੇਕਿਨ ਹਰ ਤਿਉਹਾਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਬਦਸ਼ਗਨੀ ਕਰਨੀ ਦਾ ਠੇਕਾ ਲਿਖਾ ਹੋਇਆ। ਤੁਸੀਂ ਇਹ ਮਨ ਨੂੰ ਪੀੜਾ ਦਿੰਦੀ ਹੈ। ਚਲੋ ਰਾਏ ਸਾਹਿਬ ਕੁਝ ਸੈਕਿੰਡ ਬਸ, ਉਸ ਤੋਂ ਬਾਅਦ ਮੈਂ ਧੰਨਵਾਦ ਕਰੂੰਗੀ। ਹਾਂਜੀ, ਇੱਕ ਲਾਈਨ ਦੇ ਵਿੱਚ ਜਵਾਬ। ਇਹ ਗੱਲ ਮਨ ਨੂੰ ਪੀੜਾ ਦਿੰਦੀ ਹੈ। ਆਪਾਂ ਤਿਉਹਾਰਾਂ ਵਾਲੇ ਦਿਨ ਨਾ ਕਰੀਏ, ਆਪਾਂ ਕੋਈ ਵੀ ਇੱਕ ਦਿਨ ਤੁਸੀਂ ਚੁਣ ਸਕਦੇ ਹੋ। ਸਮਾਂ ਨਹੀਂ ਹੈ, ਮੈਂ ਰੋਕ ਰਹੀ ਹਾਂ ਮਾਫੀ ਦੇ ਨਾਲ। ਸਰੀਨ ਸਾਹਿਬ ਤੇ ਰਾਏ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ, ਧੰਨਵਾਦ ਹੈ। ਸੋ ਸਵਾਲ ਜਿਹੜੇ ਨੇ ਉਹ ਕਿਤੇ ਵੱਡੇ ਨੇ, ਔਰ ਕੁੱਲ ਮਿਲਾ ਕੇ ਜੋ ਇਹ ਮਸਲਾ ਹੈ ਲਖੀਮਪੁਰ, ਖਾਸ ਤੌਰ ਤੇ ਜੇਕਰ ਯੋਗੇਂਦਰ ਯਾਦਵ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 1 ਮਹੀਨੇ ਦੇ ਲਈ ਸਸਪੈਂਡ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਚਰਚਾ ਛਿੜੀ ਹੈ, ਸਵਾਲ ਉੱਠੇ ਨੇ, ਔਰ ਖੁਦ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ। ਸੋ ਜਿਸ ਤੋਂ ਬਾਅਦ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਿਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਜਾ ਰਿਹਾ। ਚਰਚਾ ਦੇ ਵਿੱਚ ਵੀ ਤੁਸੀਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਸਖਤ ਇਤਰਾਜ਼ ਹੈ। ਉਹਨਾਂ ਦਾ ਮੰਨਣਾ ਹੈ ਕਿ ਉੱਥੇ ਜਾਣਾ ਗਲਤ ਸੀਗਾ। ਸੋ ਅਫਸੋਸ ਜਤਾਉਣ ਦੀ ਯੋਗੇਂਦਰ ਯਾਦਵ ਤੋਂ ਮੰਗ ਕੀਤੀ ਗਈ ਸੀ ਕਿ ਅਫਸੋਸ ਜਤਾਇਆ ਜਾਵੇ, ਪਰ ਉਸ ਤੇ ਇਨਕਾਰ ਕਰ ਦਿੱਤਾ। और उस तो बाद संयुक्त किसान मोर्चे ने 1 महीने के सस्पेंशन का ऐलान कर दिता है योगेंद्र यादव का।